परमेश्वर के पवित्र नाम की तारीफ हो गई। आओ प्रार्थना करते हैं। हालेलुया। धन्यवाद प्यारे प्रभु यीशु मसीह, इब्राहिम इसहाक इजराइल के खुदा, मेरे महान पिता प्रभु यीशु मसीह, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯੀਸ਼ੂ ਮਸੀਹ ਅੱਜ ਦੇ ਲਈ ਖੁਦਾਵੰਦ, ਕਿਉਂਕਿ ਅੱਜ ਤੇਰੀ ਉਪਾਸਨਾ ਦਾ ਦਿਨ ਹੈ, ਅੱਜ ਤੇਰੀ ਮਹਿਮਾ ਦਾ ਦਿਨ ਹੈ ਖੁਦਾਵੰਦਾ। ਤੇ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ, ਤੂੰ ਸਾਰੇ ਭੇਦ ਸੰਪੂਰਨ ਕਰ ਦਿੱਤੇ ਹਨ ਆਪਣੇ ਨਬੀ ਦੇ ਦੁਆਰਾ, ਇਸ ਲਈ ਵੀ ਤੇਰਾ ਧੰਨਵਾਦ ਕਰਦਾ ਖੁਦਾਵੰਦਾ। ਤੂੰ ਸੱਚਮੁੱਚ ਖੁਦਾਵੰਦ ਹਮੇਸ਼ਾ ਹੀ ਆਪਣੇ ਨਬੀਆਂ ਦੁਆਰਾ ਬੋਲਦਾ ਹੈ ਖੁਦਾਵੰਦਾ। ਜਦੋਂ ਅਸੀਂ ਪੂਰੀ ਬਾਈਬਲ ਵਿੱਚੋਂ ਪੜ੍ਹਦੇ ਹਾਂ ਖੁਦਾਵੰਦਾ, ਤੂੰ ਹਮੇਸ਼ਾ ਪ੍ਰਭੂ ਯੀਸ਼ੂ ਮਸੀਹ ਆਪਣੇ ਨਬੀਆਂ ਦੁਆਰਾ ਗੱਲ ਕੀਤੀ ਹੈ। ਤੂੰ ਕਦੇ ਵੀ ਡਾਇਰੈਕਟ ਕਿਸ ਨਾਲ ਗੱਲਾਂ ਨਹੀਂ ਕਰਦਾ, ਕਿਉਂਕਿ ਖੁਦਾਵੰਦ ਨਬੀ ਤੇਰਾ ਮੂੰਹ ਹੈ ਖੁਦਾਵੰਦਾ। ਤੂੰ ਹਮੇਸ਼ਾ ਨਬੀ ਦੁਆਰਾ ਹੀ ਗੱਲਾਂ ਕਰਦਾ ਹੈ। ਤੇ ਮੈਂ ਵਿਸ਼ਵਾਸ ਕਰਦਾ ਪ੍ਰਭੂ ਯੀਸ਼ੂ ਮਸੀਹ ਅੱਜ ਦਾ ਵਚਨ ਹਰ ਇੱਕ ਦੇ ਹਿਰਦੇ ਨੂੰ ਛੇਦ ਦੇਵੇਗਾ ਖੁਦਾਵੰਦਾ। ਮੇਰੇ ਮਹਾਨ ਪਿਤਾ ਸਭ ਜਾਣ ਕਿ ਇਸ ਯੁੱਗ ਦੇ ਵਿੱਚ ਇੱਕ ਨਬੀ ਆਇਆ ਹੈ ਜਿਹਦਾ ਨਾਮ ਭਾਈ ਵਿਲੀਅਮ ਬ੍ਰੈਨਮ ਹੈ, ਜਿਹਦੇ ਦੁਆਰਾ उत्पत्ति तो लैके प्रकाश की पोथी खुल गई है खुदावंदा। ते सचमुच प्रभु यीशु मसीह बिना नबी तो खुदावंद कदे भी तू कोई काम नहीं करता प्रभु जी, हमेशा तू अपने नबियों द्वारा ही काम करता है। सारा आदर जलाल महिमा तेरे जिंदा जलाली सामर्थ के नाम में आमीन। हालेलुया। परमेश्वर के पवित्र नाम की तारीफ हो रही। आओ दूसरा राजा करेंगे। दूसरा राजा 6:8। दूसरा राजा 6:8। आराम का राजा इजराइल नाल लड़ रहा सी, सो उसने अपने चाकरां नाल मता पकाया ते आख्या भई फलानी फलानी थां मेरा डेरा लगेगा। सो परमेश्वर दे जन ने इजराइल दे पातशाह नूं खवा घल्लिया भई खबरदार इस थां दे विच दी ना लंघी, क्यों जो उपर आरामी आ रहे हैं। हुण बाइबल की बयान करदी आ दूसरा राजा 6:8 दे विच प्रभु यीशु मसीह खुदावंद हमेशा किस तरह काम करता, अपने नबियां द्वारा ही काम करता हमेशा। और बाइबल बयान करती आ जिहड़ा लीशा सीगा वो मन दे भेतां नूं जाण लैंदा सीगा, मन दे ख्यालां नूं जाण लैंदा सीगा वो। ਅਤੇ ਇਸਰਾਇਲ ਦੇ ਪਾਤਸ਼ਾਹ ਨੇ ਉਸ ਥਾਂ ਨੂੰ ਜਿਸ ਦੇ ਲਈ ਪਰਮੇਸ਼ਵਰ ਦੇ ਜਨ ਨੇ ਆਖਿਆ ਸੀ ਤੇ ਉਸ ਨੂੰ ਜਿਤਾਇਆ ਸੀ, ਆਦਮੀ ਕੱਲਿਆ ਤੇ ਉੱਥੇ ਇੱਕ ਵਾਰ ਆਪਣਾ ਬਚਾਓ ਕੀਤਾ। तद इस गल के कारण आराम का राजे का जी घबरा गया ਅਤੇ उसने अपने चाकरां नूं सद के उन्हां नूं आख्या कि तुसीं मैनूं दसोगे भई साडे विचों कौन आदमी इसराइल दे पातशाह दे वल है। हुण जिहड़ा आराम का राजा सी वो कहंदा भी जिहड़ी योजनामा मैं अपने महल दे विच अपने कमरे दे विच बनाना आ, वो योजनामा कौन जाके इजराइल नूं दसदा, इजराइल दे राजे नूं दसदा। कहंदा वो अपने लोकां नूं कह रहा सी उस समय दा जिहड़ा आराम का राजा सी, कहंदा तुहाडे विचों कौन आ जिहड़ा कहंदा भी मेरे नाल गद्दारी कर रहा है। सद के आख्या कि तुसीं मैनूं दसोगे भई साडे विचों कौन आदमी इजराइल दे पातशाह दे वल है। तद उसने चाकरां विचों एक ने आख्या मेरे स्वामी ते पातशाह कोई नहीं, पर अलीशा नबी जो इजराइल विच तेरियां ਉਹ ਗੱਲਾਂ जो तू अपने ਸੌਣ वाले कमरे ਵਿੱਚ करता है इजराइल ਦੇ ਪਾਤਸ਼ਾਹ ਨੂੰ ਦੱਸਦਾ ਆ। ਹੁਣ ਉਹਦੇ ਨੌਕਰ ਨੇ ਕਿਹਾ ਵੀ ਕਹਿੰਦਾ ਸਾਡੇ ਵਿੱਚੋਂ ਕੋਈ ਗਦਾਰ ਨਹੀਂ ਆ, ਸਾਡੇ ਵਿੱਚੋਂ ਕੋਈ ਵੀ ਗਦਾਰ ਨਹੀਂ ਆ, ਸਾਡੇ ਵਿੱਚੋਂ ਕਹਿੰਦਾ ਕੋਈ ਵੀ ਗਦਾਰ ਨਹੀਂ ਆ। ਆਰਾਮ ਦੇ ਰਾਜੇ ਦਾ ਜਿਹੜਾ ਨੌਕਰ ਸੀਗਾ ਉਹਦਾ ਸਿਪਾਹੀ ਕਹਿੰਦਾ ਸਾਡੇ ਵਿੱਚੋਂ ਕੋਈ ਗਦਾਰ ਨਹੀਂ। ਕਹਿੰਦਾ ਜਿਹੜੀਆਂ ਗੱਲਾਂ ਤੋਂ ਆਪਣੇ ਕਮਰੇ ਵਿੱਚ ਕਹਿੰਦਾ ਕਰਦਾ ਯੋਜਨਾਵਾਂ ਬਣਾਉਣਾ, ਕਹਿੰਦਾ ਜਿਹੜਾ ਇਜ਼ਰਾਈਲ ਦਾ ਨਬੀ ਆ ਜਿਹਦਾ ਨਾਮ ਅਲੀਸ਼ਾ ਆ, ਕਹਿੰਦਾ ਉਹ ਤੇਰੇ ਮਨ ਦੇ ਗੁਪਤ ਭੇਦ ਜਾਣ ਕੇ ਕਹਿੰਦਾ ਇਜ਼ਰਾਈਲ ਦੇ ਰਾਜੇ ਨੂੰ ਦੱਸਦਾ ਆ। ਤਾਂ ਉਹ ਬੋਲਿਆ ਜਾ ਕੇ ਵੇਖੋ ਕਿੱਥੇ ਹੈ ਭਈ ਮੈਂ ਉਸਨੂੰ ਫੜ ਕੇ ਲੈ ਲਵਾਂ। ਫਿਰ ਉਸਨੇ ਦੱਸਿਆ ਗਿਆ ਭਈ ਵੇਖੋ ਦੁਬਾਨ ਵਿੱਚ ਹੈ। ਸੋ ਉਸਨੇ ਘੋੜਿਆਂ ਰੱਥਾਂ ਤੇ ਤਕੜੀ ਫੌਜ ਨੂੰ ਉੱਪਰ ਘੱਲਿਆ ਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ। ਤਦ ਪਰਮੇਸ਼ਵਰ ਦੇ ਜਨ ਦਾ ਟਹਿਲੂਆ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਭਈ ਫੌਜ ਦੇ ਘੋੜਿਆਂ ਤੇ ਰੱਥਾਂ ਦੇ ਸ਼ਹਿਰ ਨੇ ਘੇਰਿਆ ਹੋਇਆ ਹੈ। ਤਦ ਉਸਦੇ ਟਹਿਲੂਏ ਨੇ ਉਸਨੂੰ ਆਖਿਆ ਹਾਏ ਮੇਰੇ ਸਵਾਮੀ ਜੀ ਅਸੀਂ ਕੀ ਕਰੀਏ। ਹੁਣ ਕੀ ਹੋਇਆ, ਇਹ ਗੁਪਤ ਭੇਦ ਆਰਾਮ ਦੇ ਰਾਜੇ ਦੇ ਗੁਪਤ ਭੇਦ ਜਿਹੜੇ ਆਰਾਮ ਦਾ ਰਾਜਾ ਆਪਣੇ ਕਮਰੇ ਵਿੱਚ ਯੋਜਨਾਵਾਂ ਬਣਾਉਂਦਾ ਸੀ ਇਜ਼ਰਾਈਲ ਦੇ ਰਾਜੇ ਨੂੰ ਦੱਸਦਾ ਸੀਗਾ। ਹੁਣ ਇਹਦੇ ਵਿੱਚ ਕਿਹੜਾ ਆਤਮਾ ਸੀਗਾ, ਇਹਦੇ ਵਿੱਚ ਅਲੀਸ਼ਾ ਦੇ ਵਿੱਚ ਖੁਦਾ ਦਾ ਆਤਮਾ ਸੀਗਾ। ਇਹ ਉਹੀ ਆਤਮਾ ਆ ਜਿਹੜਾ ਮਨਾਂ ਨੂੰ ਜਾਂਚਦਾ ਆ ਤੇ ਮਨਾਂ ਨੂੰ ਜਿਹੜਾ ਜਾਂਚਦਾ ਹੈ ਪ੍ਰਭੂ ਯੀਸ਼ੂ ਮਸੀਹ ਦਾ ਆਤਮਾ, ਖੁਦਾ ਦਾ ਆਤਮਾ ਕਿਹਦੇ ਵਿੱਚ ਸੀ, ਅਲੀਸ਼ਾ ਦੇ ਵਿੱਚ ਸੀਗਾ। ਉਸਨੇ ਆਖਿਆ ਨਾ ਡਰ, ਕਿਉਂ ਜੋ ਸਾਡੇ ਨਾਲ ਤੇ ਉਹਨਾਂ ਨਾਲੋਂ कहता बाले हन। तद अलीशा ने बेनती करके आख्या हे यहोवा उस दी अखां खोल पईओ वेखे। यहोवा ने उस जवान दी अखां खोल दित्तियां ते उसने निगाह करके वेख्या भई अलीशा दे दुआले दा पहाड़ अगन दे घोड़ियां ते रथां नाल भरिया होया। हुण की होया, जदों ये गुप्त गल्लां दसदा सीगा राजे नूं, ਜਿਹੜਾ ਇਸਰਾਇਲ ਦੇ ਰਾਜੇ ਨੂੰ ਇਹ ਨਬੀ ਅਲੀਸ਼ਾ ਨਬੀ ਗੁਪਤ ਗੱਲਾਂ ਜਦੋਂ ਦੱਸਦਾ ਸੀਗਾ ਤੇ ਆਰਾਮ ਦੇ ਰਾਜੇ ਨੇ ਜੈਲਸੀ ਕਰਕੇ ਕਿਹਾ ਵੀ ਇਸ ਨਬੀ ਨੂੰ ਫੜੋ, ਇਹਨੂੰ ਅਸੀਂ ਮਾਰਾਂਗੇ। ਤੇ ਕੀ ਹੋਇਆ, ਉਹਨੇ ਆਪਣੇ ਘੋੜ ਸਵਾਰ ਆਪਣੀ ਸੈਨਾ ਨਬੀ ਨੂੰ ਫੜਨ ਦੇ ਲਈ ਭੇਜੀਆਂ।
ਅਲੀਸ਼ਾ ਨਬੀ ਨੂੰ ਫੜਨ ਦੇ ਲਈ ਆਪਣੀਆਂ ਫੌਜਾਂ ਭੇਜੀਆਂ ਤੇ ਕੀ ਹੋਇਆ, ਜਿਹੜਾ ਇਹਦਾ ਚੇਲਾ ਸੀਗਾ ਅਲੀਸ਼ਾ ਨਬੀ ਦਾ, ਉਹ ਕਹਿੰਦਾ ਮੇਰੇ ਪ੍ਰਭੂ ਕਹਿੰਦਾ ਦੇਖ ਕਹਿੰਦਾ ਨਬੀ ਕਹਿੰਦਾ ਉਹਨਾਂ ਨੇ ਸਾਡੇ ਉੱਪਰ ਘੋੜਸਵਾਰਾਂ ਨੂੰ ਭੇਜਿਆ, ਲੋਕਾਂ ਨੂੰ ਭੇਜਿਆ, ਕਹਿੰਦਾ ਸਾਨੂੰ ਕਹਿੰਦਾ ਫੜ ਲੈਣਗੇ, ਬਹੁਤ ਜ਼ਿਆਦਾ ਆ ਗਿਣਤੀ ਵਿੱਚ। ਲੇਕਿਨ ਅਲੀਸ਼ਾ ਨਬੀ ਨੇ ਕੀ ਕਿਹਾ, ਕਹਿੰਦਾ ਤੂੰ ਚਿੰਤਾ ਨਾ ਕਰ, ਕਹਿੰਦਾ ਜੋ ਸਾਡੇ ਨਾਲ ਆ ਯਹੋਵਾ ਦੇ ਦੂਤ ਕਹਿੰਦਾ ਉਹ ਬਹੁਤ ਜ਼ਿਆਦੇ ਆ, ਇਹਨਾਂ ਤੋਂ ਵੀ ਜ਼ਿਆਦੇ ਆ। ਤੇ ਕੀ ਕੀਤਾ ਉਹਨੇ ਪ੍ਰਭੂ ਅੱਗੇ ਪ੍ਰਾਰਥਨਾ ਕਰਕੇ ਆਪਣੇ ਚੇਲੇ ਦੀ ਅੱਖਾਂ ਨੂੰ ਖੁਲਵਾਇਆ। ਜਦੋਂ ਉਹਦੇ ਚੇਲੇ ਦੀ ਅੱਖਾਂ ਖੁੱਲੀਆਂ ਤਦ ਉਸਨੇ ਅਲੀਸ਼ਾ ਦੇ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾ ਦੀ ਬੇਨਤੀ ਕੀਤੀ ਤੇ ਆਖਿਆ ਕਿ ਇਹ ਕੌਣ ਇੱਕਦਮ ਨਹੀਂ ਕਰਦੇ। ਹੁਣ ਕੀ ਹੋਇਆ, ਜਦੋਂ ਉਹਦੀ ਅੱਖਾਂ ਉਹਦੇ ਚੇਲੇ ਦੀ ਅੱਖਾਂ ਖੋਲ ਦਿੱਤੀਆਂ ਗਈਆਂ ਤਾਂ ਉਹਨੇ ਦੇਖਿਆ ਵੀ ਸੱਚਮੁੱਚ ਨਬੀ ਦੇ ਦੁਆਰਾ ਮੇਰੀ ਅੱਖਾਂ ਖੋਲ ਦਿੱਤੀਆਂ ਗਈਆਂ ਆ। ਤੇ ਉਹਨੇ ਦੇਖਿਆ ਵੀ ਸੱਚਮੁੱਚ ਖੁਦਾ ਦੇ ਦੂਤ ਬਹੁਤ ਜ਼ਿਆਦਾ ਆ, ਜਿਹੜੇ ਕੀ ਕਰਦੇ ਆ ਵੀ ਸਾਨੂੰ ਸਾਡੀ ਰੱਖਿਆ ਕਰ ਸਕਦੇ ਆ। ਤੇ ਉਹ ਜਿਹੜਾ ਅਰਾਮ ਦੇ ਰਾਜਾ ਦੀ ਸੈਨਾ ਸੀਗੀ ਉਹ ਕੁਝ ਵੀ ਨਹੀਂ ਆ। ਤੇ ਜਦੋਂ ਉਹ ਸੈਨਾ ਉਹਨਾਂ ਦੇ ਵੱਲ ਆਣ ਲੱਗੀ ਤੇ ਕੀ ਹੋਇਆ, ਉਹ ਸਾਰੀ ਕੌਮ ਅੰਨੀ ਕਰ ਦਿੱਤੀ ਪ੍ਰਭੂ ਨੇ, ਅਤੇ ਉਸਨੇ ਅਲੀਸ਼ਾ ਦੇ ਆਖੇ ਅਨੁਸਾਰ ਉਹਨਾਂ ਨੂੰ ਇੱਕਦਮ ਅੰਨਾ ਕਰ ਛੱਡਿਆ। ਹੁਣ ਅਲੀਸ਼ਾ ਨੇ ਕਿਹਾ ਸੀ ਪ੍ਰਭੂ ਇਹਨਾਂ ਨੂੰ ਅੰਨਾ ਕਰ ਦੇ, ਤੇ ਕੀ ਹੋਇਆ, ਸਾਰੇ ਦੇ ਸਾਰੇ ਅੰਨੇ ਹੋ ਗਏ। ਹੁਣ ਕਹਿਣ ਦਾ ਮਤਲਬ ਜਿਹੜਾ ਅਲੀਸ਼ਾ ਦੇ ਅੰਦਰ ਆਤਮਾ ਕਿਹੜਾ ਸੀ, ਪਰਖਣ ਵਾਲਾ ਆਤਮਾ ਸੀਗਾ। ਤੇ ਹਰ ਯੁੱਗ ਦੇ ਵਿੱਚ ਖੁਦਾ ਆਪਣੇ ਆਤਮਾ ਨੂੰ ਭੇਜਦਾ ਹੈ, ਆਪਣੇ ਆਤਮਾ ਨੂੰ ਭੇਜਦਾ ਹੈ ਖੁਦਾ, ਤੇ ਆਪਣੇ ਕੰਮਾਂ ਨੂੰ ਪ੍ਰਗਟ ਕਰਦਾ। ਇਸੇ ਤਰ੍ਹਾਂ ਉਹਨੇ ਸਾਡੇ ਯੁੱਗ ਦੇ ਵਿੱਚ ਵੀ ਇੱਕ ਨਬੀ ਨੂੰ ਭੇਜਿਆ। ਅੱਜ ਲੋਕਾਂ ਨੂੰ ਨਬੀਆਂ ਬਾਰੇ ਨਹੀਂ ਪਤਾ, ਜਿਹੜਾ ਅੱਜ ਦਾ ਪ੍ਰਚਾਰ ਉਹ ਨਬੀਆਂ ਬਾਰੇ, ਅੱਜ ਲੋਕਾਂ ਨੂੰ ਨਬੀਆਂ ਬਾਰੇ ਕੋਈ ਨੌਲੇਜ ਨਹੀਂ ਆ। ਹਮੇਸ਼ਾ ਖੁਦਾਵੰਦ ਆਪਣੇ ਨਬੀਆਂ ਦੁਆਰਾ ਕੰਮ ਕਰਦਾ, ਬਿਨਾਂ ਨਬੀ ਤੋਂ ਕਦੇ ਵੀ ਉਹ ਕੋਈ ਕੰਮ ਨਹੀਂ ਕਰਦਾ, ਬਿਨਾਂ ਨਬੀ ਤੋਂ ਕਦੇ ਵੀ ਉਹ ਕੋਈ ਕੰਮ ਨਹੀਂ ਕਰਦਾ। ਹਮੇਸ਼ਾ ਹੀ ਉਹਨੇ ਆਪਣੇ ਨਬੀਆਂ ਦੁਆਰਾ ਕੰਮ ਕੀਤਾ। ਹੁਣ ਜਦੋਂ ਯਿਸੂ ਮਸੀਹ ਥੱਲੇ ਆਇਆ ਸੀਗਾ ਤੇ ਕੀ ਕਰਦਾ ਸੀ, ਉਹ ਲੋਕਾਂ ਦੇ ਮਨਾਂ ਨੂੰ, ਉਹਦੇ ਖਿਆਲਾਂ ਨੂੰ ਜਾਂਚਦਾ ਸੀਗਾ, ਕਿਉਂਕਿ ਕੀ ਸੀਗਾ, ਆਤਮਾ ਸੀਗਾ ਅੰਦਰ। ਜਿਹੜਾ ਆਤਮਾ ਯਿਸੂ ਮਸੀਹ ਦੇ ਅੰਦਰ ਸੀਗਾ ਉਹੀ ਆਤਮਾ ਉਹਦੇ ਨਬੀਆਂ ਦੇ ਅੰਦਰ ਹੁੰਦਾ, ਮਨਾਂ ਦੇ ਖਿਆਲ ਜਾਂਚਣ ਵਾਲਾ ਆਤਮਾ। ਤੇ ਇਹ ਆਤਮਾ ਕਿਹਨੂੰ ਮਿਲਦਾ ਆ, ਇਹ ਆਤਮਾ ਹਮੇਸ਼ਾ ਉਹਦੇ ਜਿਹੜੇ ਨਬੀ ਹੁੰਦੇ ਆ ਉਹਨਾਂ ਦੇ ਕੋਲੇ ਆਤਮਾ ਹੁੰਦਾ। ਜਿੱਦਾਂ ਅਲੀਸ਼ਾ ਨੇ ਉਸ ਰਾਜੇ ਦੀ, ਆਰਾਮ ਦੇ ਰਾਜੇ ਦੀ ਮਨ ਦੀਆਂ ਗੱਲਾਂ ਜਾਂਚ ਕੇ ਕੀ ਕੀਤਾ, ਇਸਰਾਇਲ ਦੇ ਰਾਜੇ ਦੇ ਅੱਗੇ ਪੇਸ਼ ਕੀਤੀਆਂ ਤੇ ਕਹਿੰਦਾ ਤੂੰ ਇਸ ਥਾਂ ਤੋਂ ਨਾ ਲੰਘੀ, ਕਹਿੰਦਾ ਤੈਨੂੰ ਮਾਰਨ ਵਾਸਤੇ ਆਰਾਮ ਦੇ ਰਾਜੇ ਨੇ ਸੈਨਾ ਖੜੀ ਕੀਤੀ ਆ। ਤੇ ਦੇਖੋ ਕਿਸ ਤਰ੍ਹਾਂ ਖੁਦਾ ਕੰਮ ਕਰਦਾ। ਮੂਸਾ ਦੇ ਸਮੇਂ ਵੀ ਜਦੋਂ ਇਸਰਾਇਲੀ ਲੋਕ ਬਾਹਰ ਆ ਰਹੇ ਸੀਗੇ ਤੇ ਪ੍ਰਭੂ ਨੇ ਕੀ ਕੀਤਾ, ਯਹੋਵਾ ਨੇ ਕੀ ਕੀਤਾ, ਮੂਸਾ ਨਬੀ ਦੇ ਦੁਆਰਾ ਉਹਨੇ ਕੀ ਕੀਤਾ, ਕੰਮ ਕੀਤਾ। ਹਮੇਸ਼ਾ ਪ੍ਰਭੂ ਇਸੇ ਤਰ੍ਹਾਂ ਕੰਮ ਕਰਦਾ। ਤੇ ਮੂਸਾ ਦੇ ਦੁਆਰਾ ਹੀ ਪ੍ਰਭੂ ਯਿਸੂ ਮਸੀਹ ਬੋਲਦਾ ਸੀ, ਖੁਦਾਵੰਦ ਬੋਲਦਾ ਸੀ। ਉਹ ਕਦੇ ਵੀ ਇਸਰਾਇਲੀਆਂ ਦੇ ਨਾਲ ਡਾਇਰੈਕਟ ਨਹੀਂ ਸੀ ਬੋਲਦਾ। ਖੁਦਾ ਕਦੇ ਵੀ ਕਿਸੇ ਦੇ ਨਾਲ ਡਾਇਰੈਕਟ ਨਹੀਂ ਬੋਲਦਾ। ਹਮੇਸ਼ਾ ਜੇ ਅਸੀਂ ਬਾਈਬਲ ਪੜ੍ਹਦੇ ਹਾਂ, ਹਮੇਸ਼ਾ ਉਹ ਆਪਣੇ ਨਬੀਆਂ ਦੁਆਰਾ ਗੱਲ ਕਰਦਾ। ਬਿਨਾਂ ਨਬੀਆਂ ਤੋਂ ਕਦੇ ਵੀ ਪ੍ਰਭੂ ਕੋਈ ਕੰਮ ਨਹੀਂ ਕਰਦਾ, ਹਮੇਸ਼ਾ ਉਹ ਆਪਣੇ ਨਬੀਆਂ ਦੁਆਰਾ ਕੰਮ ਕਰਦਾ ਹੈ। ਹੁਣ ਅਸੀਂ ਦਾਨੀਏਲ ਬਾਰੇ ਜੇ ਦੇਖਦੇ ਹਾਂ, ਦਾਨੀਏਲ ਵੀ ਇੱਕ ਨਬੀ ਸੀਗਾ। ਦਾਨੀਏਲ ਦੇ ਅੰਦਰ ਕਿਹੜਾ ਆਤਮਾ ਸੀਗਾ, ਦਾਨੀਏਲ ਦੇ ਅੰਦਰ ਵੀ ਭੇਤਾਂ ਨੂੰ ਪ੍ਰਗਟ ਕਰਨ ਦਾ ਆਤਮਾ ਸੀਗਾ। ਜੇ ਅਸੀਂ ਦਾਨੀਏਲ ਬਾਰੇ ਪੜ੍ਹਦੇ ਹਾਂ, ਜਦੋਂ ਨਬੂਕਦਨਜ਼ਰ ਰਾਜੇ ਨੇ ਸੁਪਨਾ ਦੇਖਿਆ ਸੀਗਾ ਤੇ ਕੀ ਹੋਇਆ, ਉਹਦਾ ਜਿਹੜਾ ਸੁਪਨੇ ਦਾ ਅਰਥ ਸੀ ਕਿਹਨੇ ਦੱਸਿਆ ਸੀਗਾ, ਦਾਨੀਏਲ ਨੇ ਦੱਸਿਆ ਸੀ। ਕਿਉਂਕਿ ਦਾਨੀਏਲ ਦੇ ਅੰਦਰ ਵੀ ਉਹੀ ਆਤਮਾ ਸੀਗਾ। ਆਤਮਾ ਇੱਕੋ ਹੀ ਆ, ਨਬੀ ਅਲੱਗ-ਅਲੱਗ ਹੋ ਸਕਦੇ ਆ ਲੇਕਿਨ ਆਤਮਾ ਅਲੱਗ-ਅਲੱਗ ਨਹੀਂ ਹੁੰਦਾ। ਆਤਮਾ ਇੱਕੋ ਹੀ ਆ। ਉਹੀ ਆਤਮਾ ਮਨਾਂ ਦੇ ਭੇਤ ਪ੍ਰਗਟ ਕਰਕੇ ਹਮੇਸ਼ਾ ਦੱਸਦਾ ਆ, ਲੋਕਾਂ ਨੂੰ ਚੇਤਾਵਨੀ ਦਿੰਦਾ। ਨੂਹ ਦੇ ਸਮੇਂ ਦੇ ਵਿੱਚ ਨੂਹ ਦੇ ਨਾਲ ਪ੍ਰਭੂ ਬੋਲਿਆ। ਜੋ 120 ਸਾਲ ਨੂਹ ਨੇ ਪ੍ਰਚਾਰ ਕੀਤਾ, ਉਸ ਸਮੇਂ ਵੀ ਲੋਕ ਸੀਗੇ, ਉਸ ਸਮੇਂ ਬਹੁਤ ਲੋਕ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਬਾਰਿਸ਼ ਨਹੀਂ ਆਣੀ, ਮੀਂਹ ਨਹੀਂ ਆਣਾ। ਲੇਕਿਨ ਕੀ ਹੋਇਆ, ਉਸ ਸਮੇਂ ਬਾਰਿਸ਼ ਆਈ ਤੇ ਸਾਰੇ ਲੋਕ ਡੁੱਬ ਕੇ ਮਰੇ, ਕਿਉਂਕਿ ਉਹਨਾਂ ਨੇ ਬੇਪ੍ਰਤੀਤੀ ਕੀਤੀ। ਅੱਜ ਵੀ ਲੋਕ ਨਬੀਆਂ ਦੇ ਉੱਪਰ ਬੇਪ੍ਰਤੀਤੀ ਕਰਦੇ ਆ, ਲੇਕਿਨ ਜਿਹੜਾ ਵੀ ਮਨੁੱਖ ਨਬੀਆਂ ਦੇ ਉੱਪਰ ਬੇਪ੍ਰਤੀਤੀ ਕਰੂਗਾ ਉਹ ਜੀਵਨ 'ਚ ਪ੍ਰਵੇਸ਼ ਨਹੀਂ ਕਰੂਗਾ। ਕਿਉਂਕਿ ਖੁਦਾਵੰਦ ਕਦੇ ਵੀ ਕੋਈ ਕੰਮ ਨਹੀਂ ਕਰਦਾ ਜਦੋਂ ਤੱਕ ਆਪਣੇ ਨਬੀਆਂ ਦੇ ਉੱਪਰ ਉਹ ਭੇਤ ਪ੍ਰਗਟ ਨਾ ਕਰ ਦੇਵੇ। ਹਮੇਸ਼ਾ ਉਹਨੇ ਆਪਣੇ ਨਬੀਆਂ ਦੇ ਉੱਪਰ ਭੇਟ ਪ੍ਰਗਟ ਕੀਤੇ ਆ। ਤੇ ਦੇਖੋ ਜਦੋਂ ਨੂਹ ਦੇ ਸਮੇਂ ਦੇ ਵਿੱਚ ਕੀ ਹੋਇਆ, ਉਹ ਪ੍ਰਚਾਰ ਕਰਦਾ ਰਿਹਾ, ਲੋਕਾਂ ਨੂੰ ਕਹਿੰਦਾ ਰਿਹਾ ਤੋਬਾ ਕਰੋ, ਕਹਿੰਦਾ ਕਿਸ਼ਤੀ ਵਿੱਚ ਆਓ, ਲੇਕਿਨ ਲੋਕਾਂ ਨੇ ਉਹਦਾ ਠੱਠਾ ਉਡਾਇਆ, ਉਹਦਾ ਮਜ਼ਾਕ ਉਡਾਇਆ। ਅੱਜ ਵੀ ਇਸੇ ਤਰ੍ਹਾਂ ਹੈ, ਅੱਜ ਵੀ ਲੋਕ ਉਹਦੇ ਨਬੀਆਂ ਦਾ, ਉਹਦੇ ਰਸੂਲਾਂ ਦਾ ਮਜ਼ਾਕ ਉਡਾਉਂਦੇ ਆ। ਜੇ ਕੋਈ ਕਿਸੇ ਨੂੰ ਸੱਚਾਈ ਵੱਲ ਲੈ ਕੇ ਜਾਣਾ ਚਾਹੁੰਦਾ ਆ, ਉਹ ਕਹਿੰਦੇ ਅਸੀਂ ਕਿਸੇ ਨਬੀ ਨੂੰ ਨਹੀਂ ਮੰਨਣਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਸ ਯੁੱਗ ਦੇ ਵਿੱਚ ਵੀ ਉਹਨੇ ਇੱਕ ਨਬੀ ਭੇਜਿਆ। ਜੇ ਅਸੀਂ ਸ਼ੁਰੂਆਤ ਤੋਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ, ਉਹਨੇ ਮੂਸਾ ਨੂੰ ਭੇਜਿਆ, ਦਾਨੀਏਲ ਨੂੰ ਭੇਜਿਆ, ਹੋਰ ਬੜੇ ਨਬੀਆਂ ਨੂੰ ਭੇਜਿਆ, ਜਿਨ੍ਹਾਂ ਨੇ ਕੀ ਕੀਤਾ, ਖੁਦਾ ਦੇ ਆਤਮਾ ਦੇ ਦੁਆਰਾ ਕੰਮ ਕੀਤੇ, ਆਪਣਾ ਜੀਵਨ ਸਮਰਪਿਤ ਕੀਤਾ। ਇਸੇ ਤਰ੍ਹਾਂ ਉਹਨੇ ਮਲਾਕੀ 4 ਦਾ 5 ਦਾ ਏਲੀਆ ਭੇਜਿਆ, ਜਿਹਦਾ ਨਾਮ ਭਾਈ ਵਿਲੀਅਮ ਮੈਰਿਨ ਬ੍ਰੈਨਮ ਸੀਗਾ, ਜਿਹਦੇ ਦੁਆਰਾ ਪੂਰੀ ਬਾਈਬਲ ਖੋਲ ਦਿੱਤੀ ਗਈ। ਹੁਣ ਅੱਜ ਲੋਕ ਕਹਿੰਦੇ ਅਸੀਂ ਕਿਸੇ ਨਬੀ ਨੂੰ ਨਹੀਂ ਮੰਨਣਾ।
ਬਾਈਬਲ ਨਬੀ ਨੂੰ ਮੰਨਣ ਨੂੰ ਨਹੀਂ ਕਹਿੰਦੀ, ਬਾਈਬਲ ਦੱਸਦੀ ਆ ਵੀ ਨਬੀ ਦੇ ਦੁਆਰਾ ਭੇਤ ਖੋਲੇ ਜਾਂਦੇ ਆ। ਹਮੇਸ਼ਾ ਪ੍ਰਭੂ ਆਪਣੇ ਨਬੀਆਂ ਦੁਆਰਾ ਬੋਲਦਾ ਆ, ਬਿਨਾਂ ਨਬੀ ਤੋਂ ਕਦੇ ਵੀ ਉਹ ਕੋਈ ਭੇਦ ਪ੍ਰਗਟ ਨਹੀਂ ਕਰਦਾ। ਇਸੇ ਤਰ੍ਹਾਂ ਉਹਨੇ ਇਸ ਯੁੱਗ ਦੇ ਵਿੱਚ ਪ੍ਰਕਾਸ਼ ਦੀ ਪੋਥੀ ਦੱਸਦੀ ਸੱਤ ਦਾ ਏਲੀਆ ਨਬੀ ਭੇਜਿਆ, ਜਿਹਨੇ ਕੀ ਕੀਤਾ, ਸਾਰੇ ਭੇਦ ਸੰਪੂਰਨ ਕਰ ਦਿੱਤੇ। ਉਹਨੇ ਦੱਸਿਆ ਸੱਪ ਦੀ ਵੰਸ਼ਵਾਲੀ, ਉਹਨੇ ਦੱਸਿਆ ਆਦਮ ਤੇ ਹਵਾ ਨੇ ਕਿਹੜਾ ਫਲ ਖਾਦਾ ਸੀ ਉਹਦੇ ਬਾਰੇ ਉਹਨੇ ਦੱਸਿਆ। ਜਿੰਨੇ ਗੁਪਤ ਭੇਦ ਸੀਗੇ ਸਾਰੇ ਦੇ ਸਾਰੇ ਕਿਹਦੇ ਦੁਆਰਾ ਖੋਲੇ ਗਏ, ਨਬੀ ਦੇ ਦੁਆਰਾ। ਤੇ ਬਿਨਾਂ ਨਬੀ ਤੋਂ ਕੋਈ ਵੀ ਜੀਵਨ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਜੇ ਕੋਈ ਸੋਚਦਾ ਆ ਵੀ ਬਾਈਬਲ ਪੜ੍ਹ ਕੇ ਪ੍ਰਾਰਥਨਾ ਕਰਕੇ ਚਰਚ ਜਾ ਕੇ ਕੋਈ ਜੀਵਨ 'ਚ ਪ੍ਰਵੇਸ਼ ਕਰ ਸਕਦਾ, ਇਸ ਤਰ੍ਹਾਂ ਨਹੀਂ ਆ। ਜਦੋਂ ਤੱਕ ਤੁਹਾਨੂੰ ਖੁਦਾ ਦਾ ਨਹੀਂ ਪਤਾ, ਨਬੀਆਂ ਦਾ ਨਹੀਂ ਪਤਾ, ਉਦੋਂ ਤੱਕ ਤੁਹਾਨੂੰ ਬਾਈਬਲ ਦੀ ਸਮਝ ਨਹੀਂ ਆਣੀ। ਕਿਉਂਕਿ ਬਾਈਬਲ ਦਾ ਕੋਡ ਨਬੀ ਹੁੰਦੇ ਆ, ਕਿਉਂਕਿ ਬਾਈਬਲ ਨਹੀਂ ਖੁੱਲਦੀ ਜਦ ਤੱਕ ਨਬੀ ਆ ਕੇ ਬਾਈਬਲ ਨੂੰ ਨਾ ਖੋਲੇ। ਹੁਣ ਇਸੇ ਤਰ੍ਹਾਂ ਇਸ ਯੁੱਗ ਦੇ ਵਿੱਚ ਉਹਨੇ ਇੱਕ ਨਬੀ ਭੇਜਿਆ, ਭਾਈ ਬ੍ਰੈਨਮ, ਜਿਹਨੇ ਕੀ ਕੀਤਾ, ਬਾਈਬਲ ਦੇ ਭੇਦ ਖੋਲੇ। ਹੁਣ ਭਾਈ ਬ੍ਰੈਨਮ ਕੌਣ ਸੀ? ਭਾਈ ਬ੍ਰੈਨਮ ਬਾਈਬਲ ਦਾ ਕੋਡ ਆ। ਉਦੋਂ ਤੱਕ ਕਿਸੇ ਦੇ ਉੱਪਰ ਬਾਈਬਲ ਨਹੀਂ ਖੁੱਲ ਸਕਦੀ, ਉਦੋਂ ਤੱਕ ਉਹ ਬੰਦਾ ਵਧੀਆ ਜੀਵਨ ਨਹੀਂ ਬਤੀਤ ਕਰ ਸਕਦਾ, ਜਦੋਂ ਤੱਕ ਉਹਨੂੰ ਨਬੀ ਬਾਰੇ ਨੌਲੇਜ ਨਹੀਂ ਹੋਊਗੀ। ਇਸ ਕਰਕੇ ਪ੍ਰਭੂ ਨੇ ਪਹਿਲੇ ਕਿਹਾ ਸੀ ਮਲਾਕੀ 4:5, ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਦਾ ਆ। ਹੁਣ ਏਲੀਆ ਨਬੀ ਕੌਣ ਆ, ਕਿੱਦਾਂ ਇਹਦੀ ਪਛਾਣ ਕਰਨੀ ਸੀਗੀ, ਲੋਕਾਂ ਨੂੰ ਕੁਝ ਨਹੀਂ ਪਤਾ। ਏਲੀਆ ਨਬੀ ਆ ਕੇ ਸੇਵਕਾਈ ਪੂਰੀ ਕਰਕੇ ਚਲਿਆ ਵੀ ਗਿਆ, ਪੂਰੇ ਸੰਪੂਰਨ ਭੇਦ ਖੋਲ ਦਿੱਤੇ ਗਏ, ਲੇਕਿਨ ਕੋਈ ਵੀ ਅੱਜ ਵਿਸ਼ਵਾਸ ਨਹੀਂ ਕਰਦਾ। ਇਹ ਉਹੀ ਸਮਾਂ ਚੱਲ ਰਿਹਾ ਜਿਹੜਾ ਨੂਹ ਦਾ ਸਮਾਂ ਸੀਗਾ, ਕਿਉਂਕਿ ਨੂਹ ਦੇ ਸਮੇਂ ਦੇ ਵਿੱਚ ਵੀ ਨੂਹ ਨੇ ਕੀ ਕੀਤਾ ਸੀ, ਪ੍ਰਚਾਰ ਕੀਤਾ ਸੀਗਾ। ਉਹਨੇ ਕਿਹਾ ਸੀ ਤੌਬਾ ਕਰੋ, ਕਿਸ਼ਤੀ ਦੇ ਵਿੱਚ ਆਓ, ਵਿਸ਼ਵਾਸ ਕਰੋ। ਲੇਕਿਨ ਅੱਜ ਕੋਈ ਵੀ ਤੌਬਾ ਨਹੀਂ ਕਰਨਾ ਚਾਹੁੰਦਾ, ਕੋਈ ਵੀ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ। ਅੱਜ ਵਿਸ਼ਵਾਸ ਕਿਹਦੇ ਉੱਪਰ? ਅੱਜ ਲੋਕਾਂ ਦਾ ਵਿਸ਼ਵਾਸ ਚਮਤਕਾਰਾਂ ਦੇ ਉੱਪਰ ਰਹਿ ਗਿਆ। ਸਿਰਫ ਲੋਕੀ ਨਬੀਆਂ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ। ਚਮਤਕਾਰ ਕਰਨਾ ਇੱਕ ਅਲੱਗ ਗੱਲ ਆ, ਲੇਕਿਨ ਭੇਦਾਂ ਦਾ, ਜਿਹੜੇ ਭੇਦ ਨੇ, ਗੁਪਤ ਭੇਦ ਆ, ਉਹਨਾਂ ਨੂੰ ਖੋਲਣਾ, ਉਹਨਾਂ ਦਾ ਪ੍ਰਕਾਸ਼ਨ ਇੱਕ ਅਲੱਗ ਗੱਲ ਆ। ਦੋਨਾਂ ਦੇ ਵਿੱਚ ਫਰਕ ਆ, ਦੋਨਾਂ ਦੇ ਵਿੱਚ ਫਰਕ ਹੁੰਦਾ। ਜੇ ਲੋਕ ਚੰਗਿਆਈਆਂ ਤੇ ਬਰਕਤਾਂ ਪਿੱਛੇ ਜਾਂਦੇ ਆ, ਲੇਕਿਨ ਜੀਵਨ ਦੇ ਪਿੱਛੇ ਕੋਈ ਨਹੀਂ ਚੱਲਣਾ ਚਾਹੁੰਦਾ। ਚੰਗਿਆਈਆਂ ਬਰਕਤਾਂ ਆਪਣੀ ਜਗ੍ਹਾ ਤੇ ਨੇ, ਲੇਕਿਨ ਜੀਵਨ ਆਪਣੀ ਜਗ੍ਹਾ ਤੇ ਹੈ। ਮੰਨ ਲਓ ਕਿਸੇ ਮਨੁੱਖ ਨੂੰ ਚਾਹੇ ਪੂਰਾ ਸੰਸਾਰ ਦਾ ਧਨ ਦੌਲਤ ਮਿਲ ਜੇ, ਬਰਕਤਾਂ ਮਿਲ ਜੇ, ਆਸ਼ੀਸ਼ਾਂ ਮਿਲ ਜਾਣ, ਤੇ ਕੀ ਫਿਰ ਉਹ ਜੀਵਨ 'ਚ ਪ੍ਰਵੇਸ਼ ਕਰ ਸਕਦਾ? ਨਹੀਂ ਕਰ ਸਕਦਾ। ਜਦੋਂ ਤੱਕ ਉਹਨੂੰ ਬਾਈਬਲ ਦਾ ਨਹੀਂ ਪਤਾ, ਜਦੋਂ ਤੱਕ ਉਹਨੂੰ ਨਬੀ ਦਾ ਨਹੀਂ ਪਤਾ, ਬਾਈਬਲ ਦੇ ਕੋਡ ਦਾ ਨਹੀਂ ਪਤਾ। ਜਦੋਂ ਕੋਈ ਮਨੁੱਖ ਕੋਈ ਫੋਨ ਚਲਾਉਂਦਾ ਜਾਂ ਫਿਰ ਕੋਈ ਕੰਪਿਊਟਰ ਚਲਾਉਂਦਾ, ਉਹਦੇ ਕੋਲ ਕੋਡ ਹੁੰਦਾ, ਜਦੋਂ ਤੱਕ ਕੋਡ ਨਹੀਂ ਖੁੱਲਦਾ ਉਹ ਮੋਬਾਈਲ ਜਾਂ ਫਿਰ ਉਹ ਕੰਪਿਊਟਰ ਖੁੱਲਦਾ ਨਹੀਂ ਆ। ਉਹਦੇ ਵਿੱਚ ਕੀ ਲਿਖਿਆ ਉਹ ਪੜ੍ਹ ਨਹੀਂ ਸਕਦਾ। ਇਸੇ ਤਰ੍ਹਾਂ ਬਾਈਬਲ ਦਾ ਕੋਡ ਵੀ ਆ। ਇੱਕ ਬਾਈਬਲ ਦਾ ਕੋਡ ਦਿੱਤਾ ਗਿਆ ਜਿਹਦਾ ਨਾਮ ਭਾਈ ਬ੍ਰੈਨਮ ਸੀਗਾ। ਉਹ ਬਾਈਬਲ ਦਾ ਕੋਡ ਭਾਈ ਬ੍ਰੈਨਮ ਸੀ, ਜਿਹਦੇ ਬਾਰੇ ਪਹਿਲੇ ਲਿਖ ਦਿੱਤਾ ਗਿਆ ਸੀਗਾ। ਮਲਾਕੀ 4:5 ਵਿੱਚ ਲਿਖਿਆ ਗਿਆ ਸੀਗਾ ਕਿ ਏਲੀਆ ਨਬੀ ਨੇ ਆਣਾ ਆ। ਇਹ ਉਹੀ ਏਲੀਆ ਨਬੀ ਆ ਜਿਹਦੇ ਬਾਰੇ ਲਿਖਿਆ ਗਿਆ ਸੀ। ਹੁਣ ਯਿਸੂ ਮਸੀਹ ਦੇ ਸਮੇਂ ਵੀ ਇੱਕ ਏਲੀਆ ਨਬੀ ਆਇਆ ਸੀ ਜਿਹਦਾ ਨਾਮ ਯਹੂਨਾ ਸੀਗਾ। ਤੇ ਯਹੂਨਾ ਨੇ ਕੀ ਕੀਤਾ ਸੀ? ਯਿਸੂ ਮਸੀਹ ਦੇ ਲਈ ਰਾਹ ਤਿਆਰ ਕੀਤਾ ਸੀ। ਜਦੋਂ ਭਾਈ ਬ੍ਰੈਨਮ ਆਇਆ ਤੇ ਉਹਨੇ ਵੀ ਯਿਸੂ ਮਸੀਹ ਦੇ ਲਈ ਰਾਹ ਤਿਆਰ ਕੀਤਾ। ਜਦੋਂ ਭਾਈ ਬ੍ਰੈਨਮ ਪੈਦਾ ਹੋਇਆ, ਜਦੋਂ ਇਸ ਯੁੱਗ ਦਾ ਨਬੀ ਪੈਦਾ ਹੋਇਆ, ਤੇ ਪਿਲਰ ਆਫ ਫਾਇਰ ਉਹਦੇ ਪੈਦਾ ਹੁੰਦੇ ਸਾਰ ਹੀ ਉਹਦੇ ਸਿਰ ਦੇ ਉੱਪਰ ਸੀਗਾ। ਉਹਨੇ ਅਚੰਭੇ ਕੰਮ ਕੀਤੇ, ਲੋਕਾਂ ਨੂੰ ਚੰਗਿਆਈਆਂ ਦਿੱਤੀਆਂ, ਗੁਪਤ ਭੇਦ ਜਿਹੜੇ ਲੋਕਾਂ ਦੇ ਅੰਦਰ ਸੀਗੇ ਉਹਨਾਂ ਨੂੰ ਜਾਂਚਿਆ, ਲੋਕਾਂ ਨੂੰ ਦੱਸਿਆ, ਸਭ ਕੁਝ ਉਹਨੇ ਲੋਕਾਂ ਦੇ ਅੱਗੇ ਪ੍ਰਗਟ ਕੀਤਾ। ਇੱਥੇ ਤੱਕ ਕਿ ਉਹਨੇ ਪੂਰੀ ਬਾਈਬਲ ਖੋਲ ਦਿੱਤੀ, ਜਿੰਨੇ ਭੇਦ ਸੀ ਸਭ ਖੋਲ ਦਿੱਤੇ ਵੀ ਇਹ ਭੇਦਾਂ ਦਾ ਖੁਲਾਸਾ ਕੀ ਆ, ਸਭ ਭਾਈ ਬ੍ਰੈਨਮ ਦੁਆਰਾ ਕੀਤਾ ਗਿਆ। ਲੇਕਿਨ ਫਿਰ ਵੀ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਅੱਜ ਵੀ ਲੋਕ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਅਸੀਂ ਜਦੋਂ ਪੁਰਾਣੇ ਨਿਯਮ ਦੇ ਵਿੱਚ ਦੇਖਦੇ ਹਾਂ ਉਦੋਂ ਵੀ ਬਹੁਤ ਥੋੜੇ ਲੋਕ ਹੁੰਦੇ ਸੀਗੇ ਜਿਹੜੇ ਨਬੀਆਂ ਦੇ ਉੱਪਰ ਵਿਸ਼ਵਾਸ ਕਰਦੇ ਸੀ। ਤੇ ਅੱਜ ਵੀ ਇਸੇ ਤਰ੍ਹਾਂ ਹੈ। ਅੱਜ ਵੀ ਬਹੁਤ ਥੋੜੇ ਲੋਕ ਆ, ਇੱਕ ਛੋਟਾ ਝੁੰਡਾ ਜਿਹੜਾ ਨਬੀ ਦੇ ਸੰਦੇਸ਼ ਉੱਤੇ ਵਿਸ਼ਵਾਸ ਕਰਦਾ। ਲੇਕਿਨ ਜ਼ਿਆਦਾਤਰ ਲੋਕ ਨਬੀ ਦੇ ਸੰਦੇਸ਼ਾਂ ਤੇ ਵਿਸ਼ਵਾਸ ਨਹੀਂ ਕਰਦੇ। ਉਹ ਕਹਿੰਦੇ ਝੂਠਾ ਨਬੀ ਆ। ਲੋਕ ਆਪ ਸੱਚੇ ਹੋ ਸਕਦੇ ਆ ਲੇਕਿਨ ਨਬੀ ਝੂਠੇ ਹੋ ਗਏ। ਅੱਜ ਲੋਕਾਂ ਦੇ ਹਾਲਾਤ ਕੀ ਆ? ਲੋਕੀ ਸੰਸਾਰ ਵਿੱਚ ਚਲੇ ਗਏ ਆ। ਸੰਸਾਰ ਵਿੱਚ ਜਾਣ ਕਰਕੇ ਆਪਣੀਆਂ ਕਾਮਨਾਵਾਂ ਕਰ ਕਰਕੇ ਕੋਈ ਵੀ ਸੰਦੇਸ਼ ਨੂੰ ਕਬੂਲ ਨਹੀਂ ਕਰ ਰਿਹਾ। ਲੇਕਿਨ ਬਾਈਬਲ ਬਿਆਨ ਕਰਦੀ ਜੇ ਕੋਈ ਸੰਦੇਸ਼ ਨੂੰ ਨਹੀਂ ਕਬੂਲ ਕਰਦਾ ਕਿ ਇਹ ਸੰਦੇਸ਼ ਕਿਹਦਾ ਆ? ਇਹ ਪਵਿੱਤਰ ਆਤਮਾ ਦਾ ਸੰਦੇਸ਼ ਹੈ। ਜੇ ਕੋਈ ਨਬੀ ਦੇ ਸੰਦੇਸ਼ ਨੂੰ ਕਬੂਲ ਨਹੀਂ ਕਰਦਾ ਤੇ ਉਹਦੇ ਉੱਪਰ ਸਜ਼ਾ ਦਾ ਹੁਕਮ ਲਾਇਆ ਜਾਵੇਗਾ। ਹੁਣ ਕਿਸ ਤਰ੍ਹਾਂ ਨਬੀ ਮਨਾਂ ਦੇ ਖਿਆਲ ਜਾਂਚ ਕੇ ਅੱਗੇ ਰੱਖਦੇ ਸੀ ਲੋਕਾਂ ਦੇ।
ਅਲੀਸ਼ਾ ਨੇ ਮਨ ਦੇ ਖਿਆਲ ਜਾਂਚ ਕੇ ਇਜ਼ਰਾਈਲ ਦੇ ਰਾਜੇ ਦੇ ਅੱਗੇ ਰੱਖੇ। ਦਾਨੀਏਲ ਨੇ ਕੀ ਕੀਤਾ, ਨਬੂਕਤ ਨਸਰ ਦੇ ਅੰਦਰ ਜੋ ਵੀ ਉਹਦੇ ਖਿਆਲ ਸੀਗੇ ਉਹਨਾਂ ਨੂੰ ਜਾਂਚਿਆ ਤੇ ਇਹ ਕਿਹੜਾ ਆਤਮਾ ਸੀ, ਇਹ ਉਹੀ ਆਤਮਾ ਆ ਜਿਹੜਾ ਸ਼ੁਰੂਆਤ ਤੋਂ ਲੈ ਕੇ ਨਬੀ ਭਾਈ ਬ੍ਰੈਨਮ ਦੇ ਅੰਦਰ ਤੱਕ ਕੰਮ ਕਰਦਾ ਆ, ਤੇ ਇਹ ਆਤਮਾ ਹਮੇਸ਼ਾ ਹੀ ਕੰਮ ਕਰਦਾ ਹੈ। ਕਿਉਂਕਿ ਆਤਮਾ ਕੀ ਆ, ਆਤਮਾ ਕਦੇ ਮਰਦਾ ਨਹੀਂ ਆ, ਆਤਮਾ ਕਦੇ ਨਹੀਂ ਮਰਦਾ। ਸੇਵਕਾਈਆਂ ਬਹੁਤ ਨਬੀਆਂ ਨੇ ਕੀਤੀ ਆਪਣੇ ਆਪਣੇ ਸਮੇਂ ਦੇ ਵਿੱਚ, ਲੇਕਿਨ ਇਹ ਉਹੀ ਆਤਮਾ ਸੀ ਜਿਹੜਾ ਉਦੋਂ ਤੋਂ ਲੈ ਕੇ ਹੁਣ ਤੱਕ ਕੰਮ ਕਰਦਾ ਆ ਰਿਹਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਜਦੋਂ ਨਬੀ ਦਾ ਸੱਚਾ ਸੰਦੇਸ਼ ਆ ਉਹਦੇ ਉੱਤੇ ਵਿਸ਼ਵਾਸ ਕਰੋ। ਹੁਣ ਪ੍ਰਭੂ ਯੀਸ਼ੂ ਮਸੀਹ ਜਦੋਂ ਧਰਤੀ ਤੇ ਸੀਗਾ ਉਸਨੇ ਕੀ ਕੀਤਾ, ਪ੍ਰਭੂ ਯੀਸ਼ੂ ਮਸੀਹ ਉਸਨੇ ਨਥਾਨੀਏਲ ਦੇ ਸੁਭਾਅ ਨੂੰ ਜਾਂਚ ਲਿਆ। ਜਦੋਂ ਉਸਨੇ ਕਿਹਾ ਵੇਖੋ ਸੱਚਾ ਇਜ਼ਰਾਈਲੀ ਜਿਸ ਦੇ ਕੋਈ ਛਲ ਨਹੀਂ, ਔਰ ਜਦੋਂ ਨਥਾਨੀਏਲ ਪ੍ਰਭੂ ਦਾ ਚੇਲਾ ਸੀ ਉਹਨੇ ਪਛਾਣ ਲਿਆ, ਉਹਨੂੰ ਦੇਖਦਾ ਤਾਂ ਸੱਚਾ ਇਜ਼ਰਾਈਲੀ ਜਿਸ ਵਿੱਚ ਕੋਈ ਛਲ ਨਹੀਂ। ਅਤੇ ਯੀਸ਼ੂ ਨੇ ਨਥਾਨੀਏਲ ਨੂੰ ਦੱਸਿਆ ਕਿ ਉਸ ਵੇਲੇ ਕਿੱਥੇ ਸੀ ਜਦ ਫਿਲਿਪੁਸ ਨੇ ਉਸਨੂੰ ਮਸੀਹਾ ਬਾਰੇ ਦੱਸਿਆ ਸੀਗਾ। ਉਹ ਕਹਿੰਦਾ ਉਦੋਂ ਕਿੱਥੇ ਸੀਗਾ ਉਹ, ਜਦੋਂ ਮਸੀਹ ਬਾਰੇ ਦੱਸਿਆ ਸੀਗਾ। ਹੁਣ ਪ੍ਰਭੂ ਯੀਸ਼ੂ ਮਸੀਹ ਵੀ ਕੀ ਕਰਦਾ ਸੀ, ਮਨਾਂ ਦੇ ਖਿਆਲਾਂ ਨੂੰ ਜਾਂਚਦਾ ਸੀਗਾ। ਇਹ ਉਹੀ ਆਤਮਾ ਜਿਹੜਾ ਨਬੀਆਂ ਰਸੂਲਾਂ ਦੇ ਨਾਲ ਰਿਹਾ ਸੀਗਾ, ਇਹ ਉਹੀ ਆਤਮਾ ਧਰਤੀ ਤੇ ਆ ਗਿਆ ਤੇ ਲੋਕਾਂ ਦੇ ਮਨਾਂ ਨੂੰ ਜਾਂਚਣ ਲੱਗ ਗਿਆ। ਯੀਸ਼ੂ ਨੇ ਪਹਿਲੀ ਵਾਰ ਪਤਰਸ ਨੂੰ ਵੇਖਿਆ, ਉਸਨੇ ਉਸਦੇ ਪਿਤਾ ਦਾ ਨਾਮ ਯੋਨਾ ਉਸਨੂੰ ਦੱਸ ਦਿੱਤਾ। ਹੁਣ ਕੀ ਹੈ, ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਪਹਿਲੀ ਵਾਰ ਪਤਰਸ ਨੂੰ ਦੇਖਿਆ ਤੇ ਉਹਦੇ ਪਿਤਾ ਦਾ ਨਾਮ ਯੋਨਾ ਸੀਗਾ, ਪਤਰਸ ਦੇ ਪਿਤਾ ਦਾ ਨਾਮ ਉਹਨੂੰ ਦੱਸ ਦਿੱਤਾ। ਪਤਰਸ ਨੇ ਉਦੋਂ ਸਭ ਕੁਝ ਤਿਆਗ ਦਿੱਤਾ ਤੇ ਆਪਣੀ ਬਾਕੀ ਦੀ ਜ਼ਿੰਦਗੀ ਯੀਸ਼ੂ ਦੇ ਪਿੱਛੇ ਚੱਲਦਾ ਰਿਹਾ। ਹੁਣ ਕੀ ਹੋਇਆ, ਪਤਰਸ ਨੇ ਸਭ ਕੁਝ ਤਿਆਗ ਦਿੱਤਾ ਕਿਉਂਕਿ ਜਾਣ ਗਿਆ ਸੀ ਵੀ ਯਹੋਵਾ ਥੱਲੇ ਉਤਰਿਆ ਆ। ਇਹ ਉਹੀ ਯਹੋਵਾ ਆ ਜਿਹੜਾ ਨਬੀਆਂ ਦੇ ਵਿੱਚ ਰਹਿੰਦਾ ਸੀਗਾ, ਇਹ ਉਹੀ ਯਹੋਵਾ ਯੀਸ਼ੂ ਮਸੀਹ ਬਣ ਕੇ ਥੱਲੇ ਆਇਆ। ਤੇ ਅੱਜ ਵੀ ਜਦੋਂ ਉਹਨੇ ਆਪਣਾ ਨਬੀ ਭੇਜਿਆ ਆ ਤੇ ਨਬੀ ਨੇ ਕੀ ਕੀਤਾ, ਨਬੀ ਨੇ ਲੋਕਾਂ ਦੇ ਗੁਪਤ ਭੇਤ, ਲੋਕਾਂ ਦੇ ਮਨ ਦੇ ਵਿਚਾਰਾਂ ਨੂੰ ਜਾਂਚ ਕੇ ਸਾਰਿਆਂ ਦੇ ਅੱਗੇ ਰੱਖਿਆ। ਫਿਰ ਵੀ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਸ਼ੁਰੂਆਤ ਤੋਂ ਇਸੇ ਤਰ੍ਹਾਂ ਆ, ਨਬੀਆਂ ਦੇ ਉੱਪਰ ਕੋਈ ਵਿਸ਼ਵਾਸ ਨਹੀਂ ਕਰਦਾ ਜਲਦੀ। ਕਿਉਂ ਨਹੀਂ ਕਰਦਾ, ਕਿਉਂਕਿ ਇਹ ਉਹੀ ਪੀੜ੍ਹੀ ਆ ਜਿਹੜੀ ਨਬੀਆਂ ਦੇ ਉੱਪਰ ਵਿਸ਼ਵਾਸ ਨਹੀਂ ਕਰਦੀ ਸੀ, ਲੇਕਿਨ ਇੱਕ ਛੋਟਾ ਝੁੰਡ ਹੈਗਾ ਜਿਹਨੇ ਨਬੀਆਂ ਦੇ ਉੱਪਰ ਵਿਸ਼ਵਾਸ ਕੀਤਾ। ਤੇ ਇਸੇ ਤਰ੍ਹਾਂ ਸਾਡੇ ਯੁੱਗ ਦੇ ਵਿੱਚ ਜਦੋਂ ਭਾਈ ਬ੍ਰੈਨਮ ਆਇਆ, ਇੱਕ ਛੋਟਾ ਝੁੰਡ ਹੈਗਾ ਆ ਜਿਹਨੇ ਵਿਸ਼ਵਾਸ ਕੀਤਾ, ਜਿਹਦਾ ਨਾਮ ਦੁਲਹਨ ਨਾਲ ਲਾੜੀ ਆ ਤੇ ਲਾੜੀ ਹੀ ਸੱਚੇ ਸੰਦੇਸ਼ ਤੇ ਵਚਨ ਤੇ ਵਿਸ਼ਵਾਸ ਕਰਦੀ ਹੈ, ਔਰ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਨਬੀ ਦੇ ਸੰਦੇਸ਼ ਤੇ ਬਹੁਤ ਜ਼ਿਆਦਾ ਲੋਕ ਵਿਸ਼ਵਾਸ ਨਹੀਂ ਕਰਦੇ। ਸਿਰਫ ਇੱਕ ਛੋਟਾ ਝੁੰਡਾ ਜਿਹੜਾ ਵਿਸ਼ਵਾਸ ਕਰ ਰਿਹਾ, ਬਾਕੀ ਕੋਈ ਵੀ ਵਿਸ਼ਵਾਸ ਨਹੀਂ ਕਰਦਾ। ਕਿਉਂ ਨਹੀਂ ਕਰਦਾ, ਕਿਉਂਕਿ ਲੋਕੀ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਨਹੀਂ ਚਾਹੁੰਦੇ। ਉਹ ਕਹਿੰਦੇ ਜੋ ਸਾਡਾ ਜੀ ਕਰੂਗਾ ਅਸੀਂ ਉਸੇ ਤਰ੍ਹਾਂ ਜੀਵਨ ਬਤੀਤ ਕਰਨਾ ਹੈ। ਹੁਣ ਬਾਈਬਲ ਆਮੋਸ 3:7 ਵਿੱਚ ਲਿਖਿਆ ਆ, ਨਿਸੰਗ ਪ੍ਰਭੂ ਯਹੋਵਾ ਕੋਈ ਕੰਮ ਨਹੀਂ ਕਰੇਗਾ ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣੇ ਭੇਤ ਪ੍ਰਗਟ ਨਾ ਕਰੇ। ਹੁਣ ਆਮੋਸ 3:7 ਵਿੱਚ ਕੀ ਲਿਖਿਆ ਵੀ ਪ੍ਰਭੂ ਕੋਈ ਵੀ ਕੰਮ ਨਹੀਂ ਕਰਦਾ ਜਦੋਂ ਤੱਕ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪ੍ਰਗਟ ਨਾ ਕਰੇ। ਕਦੇ ਇਦਾਂ ਹੋਇਆ ਆ ਵੀ ਪ੍ਰਭੂ ਨੇ ਕੋਈ ਕੰਮ ਕੀਤਾ ਹੋਵੇ ਜਦੋਂ ਉਹਨੇ ਆਪਣੇ ਨਬੀਆਂ ਦੇ ਨਾਲ ਗੱਲ ਨਾ ਕੀਤੀ ਹੋਵੇ ਜਾਂ ਚੇਤਾਵਨੀ ਨਾ ਦਿੱਤੀ ਹੋਵੇ? ਅਸੀਂ ਪੁਰਾਣੇ ਨਿਯਮ 'ਚ ਦੇਖਦੇ ਹਾਂ ਯੋਨਾ ਨਬੀ ਜਦੋਂ ਯੋਨਾ ਨਬੀ ਨੇ ਉਹਨੇ ਲੋਕਾਂ ਦੇ ਕੋਲ ਭੇਜਿਆ ਤੇ ਜਾ ਕੇ ਕਹਿੰਦਾ ਉਹਨਾਂ ਦੇ ਪਾਪਾਂ ਬਾਰੇ ਦੱਸ, ਤੇ ਬਿਨਾਂ ਨਬੀ ਤੋਂ ਕਦੇ ਵੀ ਖੁਦਾ ਕੋਈ ਕੰਮ ਨਹੀਂ ਕਰਦਾ, ਹਮੇਸ਼ਾ ਆਪਣੇ ਨਬੀਆਂ ਦੇ ਦੁਆਰਾ ਹੀ ਉਹ ਕੰਮ ਕਰਦਾ ਆ। ਤੇ ਕੀ ਹੋਇਆ, ਕਦੇ ਵੀ ਪ੍ਰਭੂ ਹੁਣ ਵੀ ਜਿਹੜਾ ਇਹ ਸਮਾਂ ਚੱਲ ਰਿਹਾ, ਇਸ ਸਮੇਂ ਦੇ ਵਿੱਚ ਵੀ ਉਹਦਾ ਇੱਕ ਨਬੀ ਆਣਾ ਸੀਗਾ, ਲੇਕਿਨ ਲੋਕਾਂ ਨੂੰ ਕੁਝ ਨਹੀਂ ਪਤਾ ਉਹਦੇ ਬਾਰੇ ਵੀ ਉਹ ਨਬੀ ਕੌਣ ਆ, ਕਿਸ ਤਰ੍ਹਾਂ ਉਹਨੇ ਕੰਮ ਕੀਤਾ ਆ, ਕਿਹੜੇ ਉਹਨੇ ਭੇਦ ਖੋਲੇ ਆ। ਜਦੋਂ ਲੋਕਾਂ ਨੂੰ ਦੱਸਿਆ ਜਾਂਦਾ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਕਿਹੜੇ ਸਮੇਂ 'ਚ ਅਸੀਂ ਰਹਿ ਰਹੇ ਹਾਂ, ਇਹ ਸਮਾਂ ਨੂਹ ਦਾ ਸਮਾਂ ਹੈ। ਕਿਉਂਕਿ ਅੱਜ ਦਾ ਸੰਦੇਸ਼ ਭਾਈ ਵਿਲੀਅਮ ਮੈਰਿਨ ਬ੍ਰੈਨਮ ਦਾ ਸੰਦੇਸ਼ ਕਿਸ਼ਤੀ ਆ, ਜੇ ਕੋਈ ਵਿਸ਼ਵਾਸ ਕਰੂਗਾ ਤੇ ਉਹੀ ਬਚਾਇਆ ਜਾਊਗਾ। ਕਿਸ਼ਤੀ ਦੇ ਵਿੱਚ ਆਉਣਾ ਜ਼ਰੂਰੀ ਹੈ, ਇਸ ਪਾਣੀ ਨੂੰ ਛੱਡਣਾ ਪੈਣਾ ਹੈ। ਸੰਸਾਰ ਕੀ ਹੈ ਕਿ ਪਾਣੀ ਆ, ਜਦੋਂ ਤੱਕ ਕੋਈ ਇਸ ਪਾਣੀ ਨੂੰ ਛੱਡ ਕੇ ਕਿਸ਼ਤੀ 'ਚ ਨਹੀਂ ਆਉਂਦਾ ਉਹ ਸੇਫ ਨਹੀਂ ਆ। ਲੋਕ ਸੋਚਦੇ ਅਸੀਂ ਸੇਫਟੀ ਦੇ ਵਿੱਚ ਆ, ਕੋਈ ਵੀ ਸੇਫਟੀ ਦੇ ਵਿੱਚ ਨਹੀਂ ਆ। ਜਦੋਂ ਤੱਕ ਕਿਸੇ ਨੂੰ ਨਬੀ ਦੇ ਬਾਰੇ ਨੌਲੇਜ ਨਹੀਂ ਆ, ਬਾਈਬਲ ਦੇ ਕੋਡ ਬਾਰੇ ਨਹੀਂ ਪਤਾ, ਤੇ ਉਹਨੂੰ ਪ੍ਰਭੂ ਬਾਰੇ ਵੀ ਨਹੀਂ ਪਤਾ ਲੱਗਣਾ ਕਿ ਖੁਦਾ ਇਸ ਯੁੱਗ ਦੇ ਵਿੱਚ ਕਿਹੜੇ ਕੰਮ ਕਰ ਰਿਹਾ ਆ, ਇਸ ਆਖਰੀ ਯੁੱਗ ਦੇ ਵਿੱਚ ਉਹਨੇ ਕਿਸ ਤਰ੍ਹਾਂ ਕੰਮ ਕਰਨੇ ਆ, ਕੁਝ ਵੀ ਕਿਸੇ ਨੂੰ ਨਹੀਂ ਪਤਾ ਕਿਉਂਕਿ ਲੋਕੀ ਵਿਸ਼ਵਾਸ ਨਹੀਂ ਕਰਦੇ। ਨਬੀ ਤੇ ਵਿਸ਼ਵਾਸ ਕਰਨ ਦੀ ਦੂਰ ਦੀ ਗੱਲ ਆ, ਲੋਕੀ ਬਾਈਬਲ ਤੱਕ ਨਹੀਂ ਪੜ੍ਹਦੇ, ਲੋਕਾਂ ਨੂੰ ਕੁਝ ਵੀ ਨਹੀਂ ਪਤਾ। ਉਹ ਕਹਿੰਦੇ ਪ੍ਰਭੂ ਬਹੁਤ ਪਿਆਰ ਕਰਦਾ ਆ, ਪ੍ਰਭੂ ਨੇ ਪੁਰਾਣੇ ਨਿਯਮ 'ਚ ਸਖਤੀ ਕੀਤੀ, ਨਵੇਂ ਨਿਯਮ ਦੇ ਵਿੱਚ ਉਹਨੇ ਬਹੁਤ
खुला काम करता, लेकिन मैं दसना चाहना नए नियम दे विच जिन्नी शक्ति आ उन्नी पुराने नियम दे विच भी शक्ति नहीं सी। नए नियम च प्रभु ने अपने नबियां द्वारा शक्ति की बहुत ज्यादा उन्हें शक्ति कर दी है, लेकिन लोग विश्वास नहीं करना चाहते। तो इस युग दे विच मैं प्रभु यीशु मसीह का नाम मुबारक आखदा, जिन्हें अपने नबी नूं भेजिया ते ओदी दुल्हन ने ओदी पछाण कीती ते नबी ने आके सारे गुप्त भेतां नूं खोलिया। हुण मलाकी 4:5 विच लिखिया, वेखो मैं एलिया नबी नूं तुहाडे लई घल्लांगा, इस तो पहला कि यहोवा दा वड्डा अते भयदायक दिन आ जावे। हुण मलाकी 4:5 की बयान करदी, कहंदा वेखो मैं एलिया नबी नूं तुहाडे लई घल्लांगा। हुण एलिया नबी आके अपनी सेवकाई पूरी करके चलिया गया, सारे गुप्त भेद खोल दिते गए। क्यों उन्हें अपने नबी नूं भेजिया सी? क्योंकि इस दुनिया दा नाश होने वाला है, इस दुनिया दा एंड होने वाला है, ये दुनिया अग दे नाल स्वाह कर दी जाएगी। उस तो पहलों उन्हें अपना नबी भेजिया सीगा, कहंदा उस तो पहलों यहोवा दा वड्डा ते भयदायक दिन आवे। उस भयदायक दिन आण तो पहलों प्रभु ने अपना नबी भेजिया, ताकि जो कोई भाई विलियम मैरिन ब्रैनम दे संदेश उत्ते विश्वास करेगा वो बचाया जाएगा, क्योंकि नबी दे द्वारा सारे भेद खोल दिते गए। जो भी बाइबल च सीगा वो सारे भेदां नूं किहदे द्वारा खोलिया गया? नबी दे द्वारा खोलिया गया है। इस करके खोलिया गया भी लोग विश्वास करन ते बचाए जाण। लेकिन अज विश्वास करना ना करना है लोगों ते डिपेंड करता। जो कोई विश्वास करेगा सो बचाया जाएगा। हुण गल ते विश्वास दी है भी कौन विश्वास करता है, क्योंकि नूह दे समय दे विच किन्ने विश्वास कीता? किसी ने भी विश्वास नहीं किया। नूह दे समय दे विच 8 बचाए गए, मूसा दे समय दे विच 2 बचाए गए। कौन 2 बचाए गए सीगे? 20 लाख चों सिर्फ 2 बचाए गए, यहोशुआ ते कलेब। ते नूह दे समय विच 8 बचाए गए। नूह ओदी पत्नी ओदे पुत्र ते ओदियां पुत्रां दीयां जिहड़ी पत्नियां सीगियां, नूह दी नौवां 8 जणे सिर्फ बचाए गए। ओदे पुत्र 8 जणे सिर्फ बचाए गए, लेकिन बाकी कोई भी बचाया नहीं गया, क्योंकि विश्वास नहीं किया। अज भी खुदा ने मौका दिता है, यह आखिरी समा चल रहा, जो कोई विश्वास करेगा सो बचाया जाएगा। हुण जिन्हें विश्वास करना है वही बचाया जाना है। जे कोई नबी दे संदेश ते विश्वास करूगा तो उन्हें जीवन मिलूगा, लेकिन अज लोग विश्वास नहीं कर रहे, क्योंकि लोग संसार विच भटक रहे हैं, संसार विच जा रहे हैं। हुण मत्ती 28:19 विच लिखिया है, मत्ती 28:19 च लिखिया, इसलिए तुसीं सारियां कौमां नूं चेले बनाओ अते उन्हां नूं पिता पुत्र अते पवित्र आत्मा दे नाम च बसमा दो। हुण ਇਹ ਇੱਕ ਭੇਤ ਸੀਗਾ, मत्ती 28:19 ਇੱਕ ਭੇਤ ਸੀਗਾ। ਇਹ ਭੇਤ ਕਿਹਦੇ ਦੁਆਰਾ ਖੁੱਲਿਆ? ਇਹ ਭੇਤ ਇਸ ਯੁੱਗ ਦੇ ਨਬੀ ਦੇ ਦੁਆਰਾ ਖੁੱਲਿਆ ਹੈ। ਜਦੋਂ ਯੀਸ਼ੂ ਮਸੀਹ ਨੇ ਕਿਹਾ ਸੀ ਵੀ ਸਾਰੇ ਲੋਕਾਂ ਨੂੰ ਚੇਲੇ ਬਣਾਓ, ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਸਮਾ ਦੋ, ਲੇਕਿਨ ਇਹ ਭੇਤ ਨਬੀ ਦੇ ਦੁਆਰਾ ਖੋਲ ਦਿੱਤਾ ਗਿਆ। नबी के द्वारा कितना भेद खोलिया? उन्हें दसिया भी यीशु मसीह पिता पुत्र पवित्र आत्मा कौन सीगा? प्रभु यीशु मसीह सीगा। इस करके प्रभु यीशु मसीह के नाम च बसमा दिता गया। जो चेलियां नूं कहा गया सीगा भी पिता पुत्र पवित्र आत्मा के नाम च बसमा देना, उन्हां नूं एक भेद दिता गया। ते जो पवित्र आत्मा पतरस के अंदर आया तो उन्हें किहदे नाम च बसमा दिता? प्रभु यीशु मसीह के नाम दे विच बसमा दिता। और मरकुस 16:16 च लिखिया, जिहड़ा निश्चा करे अते बसमा लवे वो बचाया जाएगा, पर जिहड़ा प्रतीत ना करे उस उत्ते सजा दा हुक्म लाया जाएगा। और बाइबल बयान करदी इस चीज नूं भी जिहड़ा निश्चा करूगा बसमा लऊगा वही बचाया जाना है। हुण ये सारे भेद उत्पत्ति तो लैके प्रकाश दी पोथी सारे भेद भाई ब्रैनम द्वारा खोले गए हैं भी किहड़ा फल खादा सी, बसमा किहदे नाम दे विच आ। ये सारे भेद नबी द्वारा खोले गए, क्योंकि जो रसूलों के उपर पवित्र आत्मा आया पेंतेकोस्त के दिन, उन्होंने जो भेद खोले तो उन्होंने भेदों से ज्यादा लोगों ने विश्वास नहीं किया। तो हौली हौली की करते हुए जो सारे रसूलों की मौत हो गई, वो खुदा के कोल चले गए, तो जोड़े भेद से उन्होंने दब दिता गया। ये किहदे द्वारा किया गया? शैतानी लोगों के द्वारा किया गया। जिहड़ी पुरानी सिक्ख्या सी उन्होंने दबण की कोशिश की, लेकिन खुदा ने की किया? एक नबी भेजिया। जो एक नबी भेजे, उस नबी ने दोबारा उन्होंने भेदों को लोगों के खोल दिता कि तुहाडा बचाव किस तरह होना है। अज लोग अपने पापी जीवन में फिर रहे हैं। जो तक कोई यीशु मसीह के नाम से बसमा नहीं लैंदा, वो नबी के संदेश को कबूल नहीं करता, उन्होंने नबी बारे नहीं पता, वो जीवन से प्रवेश नहीं कर सकता। हुण जो रसूलां दे करतब 2:38 विच की होया सीगा? ये भेद कित्थे खुलिया जाके? तद पतरस ने उन्होंने आख्या, तौबा करो
ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ 'ਚ ਬਸਮਾ ਲਏ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਹੁਣ ਪਵਿੱਤਰ ਆਤਮਾ ਦਾ ਦਾਨ ਕੀ ਆ? ਜਦੋਂ ਪਤਰਸ ਨੇ ਕਿਹਾ ਤੋਬਾ ਕਰੋ, ਤੁਹਾਡੇ ਵਿੱਚੋਂ ਹਰੇਕ ਆਪਣੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ 'ਚ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਸਮਾ ਲਓ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਹੁਣ ਇਹ ਭੇਦ ਕੀ ਹੋਇਆ? ਖੋਲ ਦਿੱਤਾ ਗਿਆ। ਕਿਹਦੇ ਦੁਆਰਾ? ਪਤਰਸ ਦੇ ਦੁਆਰਾ ਖੋਲ ਦਿੱਤਾ ਗਿਆ। ਸਾਰੇ ਭੇਦ ਖੋਲੇ ਹੋਏ ਸੀਗੇ ਲੇਕਿਨ ਲੋਕਾਂ ਨੂੰ ਦਿਖ ਨਹੀਂ ਰਹੇ ਸੀ। ਇਸ ਕਰਕੇ ਪ੍ਰਭੂ ਨੇ ਲੋਕਾਂ ਨੂੰ ਸੁਰਮਾ ਦੇਣ ਵਾਸਤੇ ਇੱਕ ਨਬੀ ਨੂੰ ਭੇਜ ਕੇ ਸਾਰੇ ਭੇਦਾਂ ਦਾ ਕੀ ਕੀਤਾ? ਕਲੀਅਰੈਂਸ ਕੀਤਾ। ਉਹਨੇ ਸਾਰੇ ਭੇਦਾਂ ਨੂੰ ਖੋਲਿਆ ਤਾਂ ਕਿ ਲੋਕ ਵਿਸ਼ਵਾਸ ਕਰਨ। ਤੇ ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਨਾ ਚਾਹੁੰਦਾ ਜੀ, ਇੱਕ ਛੋਟਾ ਝੁੰਡ ਹੈਗਾ ਜਿਹੜਾ ਨਬੀ ਦੇ ਸੰਦੇਸ਼ਾਂ ਉੱਤੇ ਵਿਸ਼ਵਾਸ ਕਰਦਾ ਆ, ਇਹ ਵਚਨਾਂ ਦੇ ਉੱਪਰ ਵਿਸ਼ਵਾਸ ਕਰਦਾ ਆ, ਕਿਉਂਕਿ ਬਾਈਬਲ ਬਿਆਨ ਕਰਦੀ ਕਿਸੇ ਦੂਜੇ ਤੋਂ ਮੁਕਤੀ ਨਹੀਂ ਹੈ। ਅੱਜ ਲੋਕ ਕਹਿੰਦੇ ਵੀ ਪਿਤਾ ਵੀ ਹੈਗਾ, ਪੁੱਤਰ ਵੀ ਹੈਗਾ, ਪਵਿੱਤਰ ਆਤਮਾ ਵੀ ਹੈਗਾ, ਲੇਕਿਨ ਨਬੀ ਨੇ ਕਿਹਾ ਪਿਤਾ, ਪੁੱਤਰ, ਪਵਿੱਤਰ ਆਤਮਾ ਤਿੰਨੋਂ ਯਿਸੂ ਮਸੀਹ ਆ, ਜਿਹਦਾ ਮਤਲਬ ਆ ਪ੍ਰਭੂ ਯਿਸੂ ਮਸੀਹ। ਪਿਤਾ, ਪੁੱਤਰ, ਪਵਿੱਤਰ ਆਤਮਾ ਦਾ ਮਤਲਬ ਆ ਪ੍ਰਭੂ ਯਿਸੂ ਮਸੀਹ। ਪਰ ਇਸ ਕਰਕੇ ਰਸੂਲਾਂ ਦੇ ਕਰਤੱਵ 4:12 ਦੇ ਵਿੱਚ ਲਿਖਿਆ ਕਿਸੇ ਦੂਜੇ ਤੋਂ ਮੁਕਤੀ ਨਹੀਂ ਆ, ਕੋਈ ਹੋਰ ਨਾਮ ਹੈ ਹੀ ਨਹੀਂ ਆ ਜਿੱਤੋਂ ਮੁਕਤੀ ਆ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ। ਕੋਈ ਦੂਜਾ ਨਾਮ ਹੈ ਹੀ ਨਹੀਂ ਜਿਹਦੇ ਦੁਆਰਾ ਮੁਕਤੀ ਆ। ਇੱਕੋ ਹੀ ਨਾਮ ਆ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਆ ਤੇ ਪ੍ਰਭੂ ਯਿਸੂ ਮਸੀਹ ਦੁਆਰਾ ਮੁਕਤੀ ਆ। ਯਿਸੂ ਮਸੀਹ ਤੋਂ ਇਲਾਵਾ ਕਿਸੇ ਵੀ ਨਾਮ 'ਚ ਮੁਕਤੀ ਨਹੀਂ ਆ। ਜਦੋਂ ਸੰਤ ਪੌਲੁਸ ਦਮਿਸ਼ਕ ਦੇ ਰਾਹ ਤੇ ਜਾ ਰਿਹਾ ਸੀਗਾ ਤੇ ਉਹਨੂੰ ਕਿਹਨੇ ਆਵਾਜ਼ ਦਿੱਤੀ ਸੀਗੀ? ਉਹ ਕਹਿੰਦਾ ਸੀ ਹੇ ਪੌਲੁਸ ਤੂੰ ਮੈਨੂੰ ਕਿਉਂ ਸਤਾਨਾ? ਉਹ ਕਹਿੰਦਾ ਤੂੰ ਕੌਣ ਆ? ਉਹ ਕਹਿੰਦਾ ਮੈਂ ਯਿਸੂ ਮਸੀਹ। ਉੱਥੇ ਉਹਨੇ ਇਹ ਨਹੀਂ ਕਿਹਾ ਵੀ ਮੈਂ ਪਿਤਾ ਆ, ਮੈਂ ਪੁੱਤਰ ਆ, ਮੈਂ ਪਵਿੱਤਰ ਆਤਮਾ। ਉਹਨੇ ਕਿਹਾ ਮੈਂ ਯਿਸੂ ਮਸੀਹ, ਕਿਉਂਕਿ ਪਿਤਾ, ਪੁੱਤਰ, ਪਵਿੱਤਰ ਆਤਮਾ ਦਾ ਮਤਲਬ ਹੈ ਪ੍ਰਭੂ ਯਿਸੂ ਮਸੀਹ। ਇਹ ਸਾਰੇ ਭੇਦਾਂ ਦਾ ਖੁਲਾਸਾ ਬਿਨਾਂ ਨਬੀ ਤੋਂ ਨਹੀਂ ਹੋ ਸਕਦਾ ਸੀਗਾ। ਇਸ ਕਰਕੇ ਖੁਦਾ ਨੇ ਇਸ ਯੁੱਗ ਦੇ ਵਿੱਚ ਇੱਕ ਨਬੀ ਨੂੰ ਭੇਜਿਆ ਜਿਹਨੇ ਆਪਣੇ ਜੀਵਨ ਦੇ ਵਿੱਚ ਵੱਡੇ ਵੱਡੇ ਕੰਮ ਕੀਤੇ, ਲੋਕਾਂ ਦੇ ਭੇਦਾਂ ਨੂੰ, ਮਨ ਦੇ ਗੁਪਤ ਭੇਦਾਂ ਨੂੰ ਦੱਸਿਆ, ਚਿੰਨ ਚਮਤਕਾਰ ਕੀਤੇ, ਉਹਨੇ ਪ੍ਰਗਟਾਵਾ ਕੀਤਾ ਵੀ ਇਹ ਉਹੀ ਆਤਮਾ ਸੀਗਾ ਜਿਹੜਾ ਉਹ ਲੋਕਾਂ ਦੇ ਅੰਦਰ ਰਹਿੰਦਾ ਸੀ, ਰਸੂਲਾਂ ਦੇ ਅੰਦਰ ਰਹਿੰਦਾ ਸੀ। ਉਹੀ ਆਤਮਾ ਭਾਈ ਬ੍ਰੈਨਮ ਦੇ ਅੰਦਰ ਰਹਿੰਦਾ ਸੀਗਾ। ਮਨਾਂ ਦੇ ਭੇਦਾਂ ਨੂੰ ਜਾਂਚਣ ਵਾਲਾ ਆਤਮਾ ਜਿਹੜਾ ਅਲੀਸ਼ਾ ਦੇ ਅੰਦਰ ਸੀਗਾ। ਇਸ ਕਰਕੇ ਚਾਹੀਦਾ ਹੈ ਵੀ ਅੱਜ ਜੋ ਸੰਦੇਸ਼ ਆ ਉਹਨੂੰ ਕਬੂਲ ਕੀਤਾ ਜਾਵੇ, ਲੇਕਿਨ ਜੇ ਕੋਈ ਕਬੂਲ ਨਹੀਂ ਕਰੂਗਾ ਤੇ ਉਹਦਾ ਬਚਾਵ ਨਹੀਂ ਹੋਣਾ। ਕਿਉਂਕਿ ਲੋਕ ਕੀ ਕਰਦੇ? ਵਿਸ਼ਵਾਸ ਨਹੀਂ ਕਰਦੇ, ਬੁੜਬੁੜ ਕਰਦੇ ਆ। ਮੂਸਾ ਦੇ ਸਮੇਂ ਜਦੋਂ ਇਸਰਾਇਲੀ ਲੋਕਾਂ ਨੂੰ ਕੱਢਿਆ ਜਾ ਰਿਹਾ ਸੀਗਾ ਮਿਸਰ ਦੇ ਵਿੱਚੋਂ, ਤੇ ਉਹਨਾਂ ਨੇ ਕੀ ਕੀਤਾ? ਪਹਿਲਾਂ ਬੜੇ ਉਤਸ਼ਾਹ ਦੇ ਵਿੱਚ ਸੀਗੇ, ਪ੍ਰਭੂ ਦੀ ਮਹਿਮਾ ਕੀਤੀ, ਹਾਂ ਪ੍ਰਭੂ ਤੁਸੀਂ ਸਾਨੂੰ ਬਚਾ ਲਿਆ, ਸਭ ਏਦਾਂ ਕਰ ਲਿਆ। ਲੇਕਿਨ ਜਦੋਂ ਉਹਨਾਂ ਦੇ ਉੱਪਰ ਥੋੜੀ ਜਿਹੀ ਦੁੱਖ ਮੁਸੀਬਤ ਆਏ ਤੇ ਉਹਨਾਂ ਨੇ ਆਪਣੇ ਨਬੀ, ਜੋ ਉਸ ਸਮੇਂ ਦਾ ਨਬੀ ਸੀ ਮੂਸਾ, ਉਹਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਤੂੰ ਸਾਨੂੰ ਮਾਰਨ ਦੇ ਲਈ ਸਥਾਨ ਦੇ ਵਿੱਚ ਲੈ ਕੇ ਆਇਆ, ਅਸੀਂ ਉੱਥੇ ਹੀ ਚੰਗੇ ਸੀਗੇ। ਉਹ ਪਿੱਛੇ ਮੁੜ ਕੇ ਦੇਖਣ ਲੱਗੇ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਨਬੀ ਦੇ ਸੰਦੇਸ਼ ਤੇ ਕੋਈ ਵਿਸ਼ਵਾਸ ਕਰੇ, ਜਦੋਂ ਨਬੀ ਮਿਸਰ ਦੇ ਵਿੱਚੋਂ ਬਾਹਰ ਕੱਢ ਕੇ ਲਿਆਵੇ ਜਾਂ ਕੋਈ ਨਬੀ ਗੰਦਗੀ ਵਿੱਚੋਂ ਬਾਹਰ ਕੱਢ ਕੇ ਲਿਆਵੇ, ਵੀ ਕਦੇ ਵੀ ਚਾਹੇ ਅੱਗੇ ਜਾ ਕੇ ਮੁਸੀਬਤਾਂ ਆਣੀਆਂ, ਕੁਝ ਤਕਲੀਫਾਂ ਹੋ ਸਕਦੀਆਂ, ਲੇਕਿਨ ਕਦੇ ਵੀ ਇੱਕ ਸੱਚੇ ਵਿਸ਼ਵਾਸੀ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਜਦੋਂ ਖੁਦਾ ਦੇ ਲਹੂ ਦੇ ਨਾਲ ਤੁਸੀਂ ਧਵਾ ਦਿੱਤੇ ਗਏ ਹੋ, ਤੁਸੀਂ ਵਿਸ਼ਵਾਸ ਕਰ ਲਿਆ, ਤੇ ਕਦੇ ਵੀ ਪਿੱਛੇ ਮੁੜ ਕੇ ਨਾ ਦੇਖੋ, ਉਸ ਗੰਦੀ ਜੀਵਨ ਵੱਲ ਨਾ ਦੇਖੋ ਜਿਹੜਾ ਗੰਦਾ ਜੀਵਨ ਤੁਸੀਂ ਪਹਿਲਾਂ ਬਤੀਤ ਕਰਦੇ ਸੀਗੇ। ਹਮੇਸ਼ਾ ਉਹਦੇ ਰਾਹ ਉੱਤੇ ਚੱਲੋ, ਕਿਉਂਕਿ ਜਿੰਨੇ ਵੀ ਨਬੀ ਰਸੂਲ ਆਏ ਆ, ਜਦੋਂ ਉਹਨਾਂ ਨੇ ਆਪਣਾ ਜੀਵਨ ਖੁਦਾ ਨੂੰ ਸਮਰਪਿਤ ਕੀਤਾ ਤੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਦੇ ਵੀ, ਉਹ ਹਮੇਸ਼ਾ ਅੱਗੇ ਵੱਧਦੇ ਗਏ। ਤੇ ਕਿੰਨਾ ਵਧੇਕ ਅੱਜ ਦੇ ਜਿਹੜੇ ਲੋਕ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਆ, ਉਹਨਾਂ ਨੂੰ ਖੁਦਾ ਦੇ ਵਚਨ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਲੇਕਿਨ ਅੱਜ ਵਿਸ਼ਵਾਸ ਕੋਈ ਨਹੀਂ ਕਰਦਾ, ਕਿਉਂਕਿ ਲੋਕ ਆਪਣੇ ਹੀ ਖਿਆਲਾਂ ਵਿੱਚ, ਆਪਣੇ ਹੀ ਸਿਸਟਮਾਂ ਦੇ ਵਿੱਚ ਚੱਲੇ ਹੋਏ ਆ। ਉਹ ਕਹਿੰਦੇ ਸਾਨੂੰ ਸੰਸਾਰ ਵਿੱਚ ਰਹਿਣਾ ਆ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੰਸਾਰ ਵਿੱਚ ਰਹਿਣਾ ਮੌਤ ਆ, ਲੇਕਿਨ ਖੁਦਾ ਦੇ ਵਚਨ ਵਿੱਚ ਰਹਿਣਾ ਜੀਵਨ ਆ। ਹੁਣ ਯਹੋਸ਼ੂਆ ਕਲੇਬ ਹੀ ਕਿਉਂ ਬਚਾਏ ਗਏ? ਲੱਖਾਂ ਲੋਕ ਸੀਗੇ, ਯਹੋਸ਼ੂਆ ਕਲੇਬ ਹੀ ਕਿਉਂ ਬਚਾਏ ਗਏ? ਇਹਦਾ ਵੀ ਇੱਕ ਰੀਜ਼ਨ ਸੀਗਾ। ਨੂਹ ਦੇ ਸਮੇਂ 8 ਜਣੇ ਕਿਉਂ ਬਚਾਏ ਗਏ? ਕਿ ਉਸ ਸਮੇਂ ਲੋਕ ਭਗਤੀ ਨਹੀਂ ਸੀ ਕਰਦੇ ਯਹੋਵਾ ਦੀ, ਕਿ ਇਕੱਲਾ ਨੂਹ ਭਗਤੀ ਕਰਦਾ ਸੀ, ਹੋਰ ਵੀ ਬਹੁਤ ਲੋਕ ਸੀਗੇ ਉਸ ਸਮੇਂ ਜਿਹੜੇ ਪ੍ਰਭੂ ਦੀ ਭਗਤੀ ਕਰਦੇ ਸੀ, ਲੇਕਿਨ ਗੱਲ ਵਿਸ਼ਵਾਸ ਦੀ ਸੀਗੀ। ਕਿਸੇ ਨੇ ਵਿਸ਼ਵਾਸ ਨਹੀਂ ਕੀਤਾ। ਹਰ ਕੋਈ ਆਪਣੇ ਸਿਸਟਮ ਦੇ ਨਾਲ ਭਗਤੀ ਕਰਨਾ ਚਾਹੁੰਦਾ, ਆਪਣੇ ਖਿਆਲਾਂ ਦੇ ਨਾਲ ਭਗਤੀ ਕਰਨਾ ਚਾਹੁੰਦਾ, ਲੇਕਿਨ ਇਸ ਤਰ੍ਹਾਂ ਨਹੀਂ ਆ।
अपने ख्यालों की भगती मौत आ, लेकिन वचन के अनुसार जी भगती आ वो जीवन वाल प्रवेश करती है। इस करके यीशु मसीह ने कहा सीगा राह सच्चाई और जीवन मैं आ, कहना मेरे वसीले बिना कोई भी पिता के कोल नहीं जा सकता। वो कहता जिन्हें मैनू वेख्या उन्हें पिता नूं वेख्या। जो फिलिप्पुस नूं गया सीगा प्रभु जी सानू पिता के दर्शन करा, वो कहता तू इन्ने चिर तो मैनू जानिया नहीं, मैं तुहाडे नाल रहना है। जिन्हें मैनू वेख्या कहता उन्हें पिता नूं वेख्या है। हुण यीशु मसीह खुद पिता सीगा। ये सारे भेद नबियां द्वारा खोले गए हैं, भाई ब्रैनम द्वारा ये सारे भेद खोले गए हैं। ये भेदां नूं कोई समझ नहीं सी सकदा। असीं भी जो मिशनां दे विच सी सानू भी नहीं पता सीगा कि प्रभु यीशु मसीह कौन आ, लेकिन जो नबी का संदेश कबूल किया तो फिर पता लग्या भी यीशु मसीह ही परमेश्वर आ, कोई दूजा परमेश्वर नहीं है। पिता अलग नहीं है, पुत्र अलग नहीं है, पवित्र आत्मा अलग नहीं है। ये सारे भेद नबी के द्वारा खुले। हवा ने केड़ा फल खाता सी नबी द्वारा खुलिया। अज किद्दां दा जीवन एक मसीह भैन भाई नूं बतीत करना चाहिए आ, ये भी नबी के द्वारा खुलिया है। बिना नबी तो कदे भी प्रभु काम नहीं करता, क्योंकि मलाकी 4:5 यही दसदी आ देखो मैं एलिया नबी नूं तुहाडे लई घल्लांगा, इस तो पहला यहोवा दा भयदायक दिन आ जावे। वो भयदायक दिन किहड़ा है? संसार दा नाश होने वाला आ ते प्रभु चाहता है भी उस तो पहलों लोग तौबा करन अपने पापां तो मुड़न। जो तक लोग अपने पापां तो मुड़दे नहीं आ, तौबा नहीं करते, उन्हां च तब्दीली नहीं आनी। जो तक कोई अंगीकार नहीं करता खुदा के अगे, उसके जीवन में तब्दीली नहीं आती कदे भी। जो कोई पापी मनुख खुदा के अगे गिड़गिड़ाउंदा आ, चाहे वह जिन्ना मर्जी पापी होवे, ते प्रभु की करता उसके पाप नूं क्षमा करता है। संत पौलुस भी उन्हें बहुत लोगों को मरवाया सी उस समय दे विच जिहड़े यीशु मसीह का प्रचार करते थे, सब कुछ होया, लेकिन जो ਉਹਦੇ पापी जीवन ਦੇ ਵਿੱਚੋਂ मुड़ के प्रभु ਦੇ ਕੋਲ आया, प्रभु ने ਉਹਨੂੰ आवाज़ लगाई क्योंकि चुनिया होया सी, ਉਹਨੂੰ अपनी पछाण हुई। ਤੇ ਕੀ ਹੋਇਆ? ਉਹਦੇ ਸਾਰੇ पाप मिटा दिते गए। क्यों मिटाए गए? क्योंकि वो खुदा की चोण च सी। अज भी जिहड़े लोग खुदा की चोण दे विच आ, वो सच्चे संदेश नूं कबूल करनगे, लेकिन जे कोई खुदा की चोण दे विच नहीं आ, वो सच्चे संदेश नूं कबूल नहीं करनगे। क्योंकि जिहड़ी भेड़ हुंदी आ हमेशा अपने अयाली की आवाज़ नूं सुणदी आ, ते यीशु मसीह कौन आ? साडा सबना दा अयाली आ। ते ਉਹਨੇ हमेशा ही अपने लोगों को बचाने के लिए अपने नबियों को भेजता आया। इस करके ਉਹਦੇ इस युग ਦੇ ਵਿੱਚ भी अपना नबी भेजिया सीगा ताकि लोग मुड़न। अज असीं देखते हैं लोग पापां विच फसे आ, मसीह लोगों के जीवन गलतियां विच आ, गंदगियां विच आ, हरामकारियां विच लोग जीवन व्यतीत कर रहे हैं। इस करके प्रभु ने की कीता सीगा, उन्हें कहा सी तुसीं अपने पापां तो तौबा करो, जो कोई अपने पापां तो तौबा करेगा सो बचाया जाएगा। अज मौका हैगा आ, अपने अपने गुनाह पापां तो तौबा करो ताकि खुदा तुहानूं जीवन विच प्रवेश करावे। जे कोई कहेगा भी असीं बिना नबी तो खुदा दे कोल पहुंच जावांगे, बिना नबी तो कोई खुदा दे कोल नहीं पहुंच सकदा। विचोला होना जरूरी है। जे दुल्हन ने अपने लाड़े दे कोल जाना आ ते एक विचोला भी हुंदा आ, विचोले का होना बहुत जरूरी। इस करके खुदा ने एक विचोला भेजिया जिहदा नाम भाई ब्रैनम सीगा। जो लोग कहंदे आ बाइबल दे विच भाई ब्रैनम दा नाम नहीं है, ठीक आ, बाइबल दे विच भाई विलियम मैरी ब्रैनम दा नाम नहीं आ। ते मैं तुहानूं दसना चाहना यूहन्ना दा नाम भी बाइबल च पहलों नहीं सी लिखिया गया। ਉਹਦੇ बारे लिखिया गया सी एक होका देण वाले दी आवाज़, एक होका देण वाले दी आवाज़ लिखिया गया सीगा। यूहन्ना दा ਉਹਦਾ नाम बाद च रखिया गया। जो भी कोई नबी इस धरती ते आंदा है ਉਹਦਾ नाम नहीं दिता जाता पहलों, सिर्फ ਉਹਦੇ ਕੰਮਾਂ बारे लिखिया जाता या लिखिया जाता भी एलिया नबी आऊगा हमेशा इस तरह। लेकिन जो नबी नीचे आके अपने कम्मां नूं प्रगट करता आ, अपने सुभाਅ नूं प्रगट करता है, क्योंकि ਉਹਦਾ सुभाਅ अपना नहीं हुंदा, ਉਹਦਾ सुभाਅ मसीह दा सुभाਅ हुंदा। जो अपने सुभाਅ नूं प्रगट करता आ, मसीह दे कम्मां नूं प्रगट करता, उन्हां भेदां नूं प्रगट करता, फिर पता लगता आ भी ये नबी आ। हुण अज बहुत सारे नबी संसार दे विच आ, लेकिन सच्चा नबी कौन आ? कि वो नबी सच्चे आ ਜਿਹੜੇ ਲੋਕਾਂ ਨੂੰ ਕਹਿੰਦੇ ਆ ਵੀ ਤੂੰ ਅੱਜ ਜੀਏਗਾ ਪਰਸੋਂ ਮਰ ਜਾਏਗਾ ਤੇਰੇ ਘਰ 'ਚ ਬਰਕਤ ਆ ਰਹੀ ਨਹੀਂ। ਇਹ ਇੱਕ ਸਰੀਰਕ ਨਬੀ ਹੁੰਦੇ, ਲੇਕਿਨ ਆਤਮਿਕ ਨਬੀ ਉਹ ਹੁੰਦਾ ਆ ਜਿਹੜਾ ਜੀਵਨ ਦੀ ਗੱਲਾਂ ਦੱਸੇ। क्योंकि नबी बाइबल बयान करते जिन्ने नबी आ नबी हज़ारां साल अगे ते हज़ारां साल पिछे वेखदे आ, इहनूं कहंदे आ नबी। क्योंकि नबी की करते हैं गुप्त भेदां नूं खोल दिंदे आ। इसे तरह इस युग के नबी ने सारे गुप्त भेदां नूं खोलिया। उत्पत्ति दे विच की होया सीगा, वो हज़ारां साल पिछे चला गया तो उत्पत्ति दे विचों सब लिखतां नूं चक के लैके आया और दस्सिया उत्पत्ति दे विच की होया सी। आने वाला समा प्रकाश की पोथी दे विचों दस रहा भी की होया सी।
सारा कुछ नबी के द्वारा खोलिया जाता, बिना नबी तो कोई भी छुटकारा नहीं है। नबी के द्वारा छुटकारा आ, यीशु मसीह के द्वारा मुक्ति आ, ते छुटकारा किहदे द्वारा आ? पापां तो छुटकारा नबी के द्वारा। तुसीं नबी के वचन ते विश्वास करो, जे नबी के वचन ते विश्वास करोगे तां ही बचाए जाओगे, क्योंकि हमेशा ही नबियां के द्वारा प्रभु काम करता है, बिना नबी तो कोई भी काम प्रभु नहीं करता। ਹੁਣ ਅਫਸੀਆ 4:5 ਵਿੱਚ ਲਿਖਿਆ ਆ, ਇੱਕੋ ਹੀ ਪ੍ਰਭੂ, ਇੱਕੋ ਨਿਸ਼ਚਾ ਤੇ ਇੱਕੋ ਹੀ ਬਸਮਾ ਆ। ਹੁਣ ਲੋਕ ਕਹਿੰਦੇ ਪ੍ਰਭੂ ਤਿੰਨ ਆ, ਲੇਕਿਨ ਭਾਈ ਬ੍ਰੈਨਮ ਦੇ ਦੁਆਰਾ ਖੋਲ ਦਿੱਤਾ ਗਿਆ ਵੀ ਇੱਕੋ ਹੀ ਪ੍ਰਭੂ ਆ, ਇੱਕੋ ਹੀ ਨਿਸ਼ਚਾ ਆ, ਨਿਸ਼ਚਾ ਵੀ ਕੋਈ ਦੂਸਰੀ ਨਹੀਂ ਹੈ, ਤੇ ਇੱਕੋ ਹੀ ਬਸਮਾ ਆ। ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਸਮਾ ਨਹੀਂ ਆ। ਜੋ ਬਾਈਬਲ ਵਿੱਚ ਲਿਖਿਆ ਗਿਆ ਆ, ਜੋ ਪਤਰਸ ਮਾਂ ਨੇ ਬਸਮਾ ਦਿੱਤਾ ਸੀਗਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ, ਉਹੀ ਬਸਮਾ ਆ। जो संत पौलुस ने कहा सीगा भी प्रभु यीशु मसीह के नाम से बसमाया, जे ये सिक्ख्या तो इलावा कोई स्वर्ग विचों दूत आके कोई होर सिक्ख्या दे तां शापित होवे। क्यों कहा सी संत पौलुस ने? क्योंकि बाइबल दे लिखतां नूं, बाइबल 'च जो वचन लिखे गए उन्हां नूं कोई बदल नहीं सकदा, कोई भी मनुख नहीं बदल सकदा। इस करके अफसीया 4:5 बयान करदी आ, इक्को ही प्रभु, इक्को ही निश्चय ते इक्को ही बसमा। ये सारे भेद नबी द्वारा खोले गए। जे नबी ना हुंदा ते अज इस स्थान दे विच खड़ के उहदे सेवक सेवकाइयां ना करदे, क्योंकि गुप्त भेदां दा समझ किस नूं भी नहीं सी कि गुप्त भेदां दा मतलब की है। लेकिन जो नबी दे द्वारा खोलिया गया तो सब कुछ की होया पता लग गया। इस करके चाहिए जो नबी दे संदेश आ, नबी दे संदेशां नूं कबूल किया जाए। ਹੁਣ ਨੂਹ ਦੇ ਸਮੇਂ 'ਚ ਕੀ ਸੀ? ਨੂਹ ਦੇ ਸਮੇਂ 'ਚ ਵੀ ਉਹ ਪ੍ਰਚਾਰ ਕਰਦਾ ਸੀ, ਲੋਕਾਂ ਅੱਗੇ ਤੌਬਾ ਕਰੋ, ਲੇਕਿਨ ਕੋਈ ਵਿਸ਼ਵਾਸ ਨਹੀਂ ਸੀ ਕਰਦਾ। ਇਸ ਸਮੇਂ ਵਿੱਚ ਵੀ ਨਬੀ ਨੇ ਪ੍ਰਚਾਰ ਕੀਤਾ, ਨਬੀ ਨੇ ਪ੍ਰਚਾਰ ਕੀਤਾ ਵੀ ਜੇ ਤੁਸੀਂ ਬਚਣਾ ਆ ਤੌਬਾ ਕਰੋ, ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਓ। ਨਹੀਂ ਲੋਕ ਅੱਜ ਕੀ ਕਰਦੇ? ਵਿਸ਼ਵਾਸ ਨਹੀਂ ਕਰਦੇ। ਕੋਈ ਵੀ ਵਿਸ਼ਵਾਸ ਨਹੀਂ ਅੱਜ ਕਰ ਰਿਹਾ, ਬਹੁਤ ਛੋਟਾ ਛੋਟਾ ਵਿਸ਼ਵਾਸ ਕਰ ਰਿਹਾ। ਜੇ ਤੱਕ ਕੋਈ ਵਿਸ਼ਵਾਸ ਹੀ ਨਹੀਂ ਕਰੂਗਾ ਖੁਦਾ ਦੇ ਵਚਨ ਤੇ ਕੀ ਉਹ ਬਚਾਇਆ ਜਾਊਗਾ? ਕਦੇ ਵੀ ਉਹ ਮਨੁੱਖ ਨਹੀਂ ਬਚਾਇਆ ਜਾਊਗਾ। ਹਮੇਸ਼ਾ ਪ੍ਰਭੂ ਆਪਣੇ ਨਬੀਆਂ ਦੁਆਰਾ ਗੱਲ, ਜਦੋਂ ਸੈਮੂਅਲ ਦਾ ਸਮਾਂ ਸੀ ਉਹ ਸੈਮੂਅਲ ਦੇ ਨਾਲ ਗੱਲਾਂ ਕਰਦਾ ਸੀਗਾ ਪ੍ਰਭੂ, ਸੈਮੂਅਲ ਦੇ ਨਾਲ ਗੱਲਾਂ ਕਰਦਾ ਸੀ, ਯਿਰਮੀਆ ਨਬੀ ਦੇ ਨਾਲ ਗੱਲਾਂ ਕਰਦਾ ਸੀ ਪ੍ਰਭੂ। ਹਮੇਸ਼ਾ ਪ੍ਰਭੂ ਆਪਣੇ ਨਬੀਆਂ ਦੁਆਰਾ ਗੱਲਾਂ ਕਰਦਾ, ਡਾਇਰੈਕਟ ਤਾਂ ਕਦੇ ਉਸਨੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ। ਕੋਈ ਸਿੱਧ ਕਰ ਦਵੇ ਬਾਈਬਲ ਵਿੱਚੋਂ ਵੀ ਕਿਸੇ ਨਾਲ ਉਹ ਡਾਇਰੈਕਟ ਗੱਲਾਂ ਕਰਦਾ ਆ, ਲੋਕਾਂ ਨਾਲ ਕਦੇ ਵੀ ਡਾਇਰੈਕਟ ਨਹੀਂ ਗੱਲਾਂ ਕੀਤੀਆਂ। ਹਮੇਸ਼ਾ ਪ੍ਰਭੂ ਆਪਣੇ ਨਬੀਆਂ ਦੁਆਰਾ ਗੱਲਾਂ ਕਰਦਾ, ਚੇਤਾਵਨੀ ਦਿੰਦਾ ਆ ਵੀ ਆਖਰੀ ਸਮਾਂ ਆ, ਤੁਸੀਂ ਬਚੋ। ਜਦੋਂ ਸਦੋਮ ਤੇ ਮੋਰਾ ਦਾ ਨਾਸ਼ ਹੋਣਾ ਸੀਗਾ, ਉਹਨੇ ਆਪਣੇ ਦੂਤ ਘੱਲੇ ਸੀਗੇ। ਸਦੋਮ ਤੇ ਮੋਰਾ ਦਾ ਨਾਸ਼ ਹੋਣ ਤੋਂ ਪਹਿਲਾਂ ਉਹਨੇ ਆਪਣੇ ਦੂਤ ਘੱਲੇ, ਤੇ ਉਹਦੇ ਵਿੱਚੋਂ ਉਸ ਸਮੇਂ ਜਦੋਂ ਅੱਗ ਦੇ ਨਾਲ ਦੁਨੀਆ ਨਾਸ਼ ਕੀਤੀ ਗਈ ਤੇ ਕਿੰਨੇ ਜਣੇ ਬਚੇ? ਲੂਤ ਤੇ ਉਹਦੀ 2 ਬੇਟੀਆਂ ਬਚਾਈਆਂ ਗਈਆਂ ਸੀ ਸਿਰਫ, ਬਾਕੀ ਸਾਰੇ ਨਾਸ਼ ਹੋ ਗਏ। ਕਿਉਂਕਿ ਕਿਸੇ ਨੇ ਵਿਸ਼ਵਾਸ ਹੀ ਨਹੀਂ ਕੀਤਾ, ਕਿਸੇ ਨੇ ਵਿਸ਼ਵਾਸ ਨਹੀਂ ਕੀਤਾ। ਤੇ ਅੱਜ ਵੀ ਉਹੀ ਸਮਾਂ ਆ, ਅੱਜ ਵੀ ਉਹੀ ਸਮਾਂ ਆ ਜਦੋਂ ਕੋਈ ਵਿਸ਼ਵਾਸ ਕਰੇਗਾ ਤੇ ਬਚਾਇਆ ਜਾਵੇਗਾ। क्योंकि संसार कादे नाल भर गया है? संसार व्यभिचारी नाल, गलत कम्मां नाल, ईर्खा नाल संसार भर चुक्या। ते मसीह लोग अपना जीवन कित्थे बतीत कर रहे आ? गंदगी दे विच जीवन बतीत कर रहे लोग अपना। किसी नूं प्रभु दा डर नहीं है। हर कोई अपने ख्यालां दे नाल, अपने विचारां दे नाल चलना चाहता है, कोई भी वचन दे अनुसार जीवन नहीं बतीत करना चाहता। लेकिन मैं तुहानूं दसना चाहना भी यीशु मसीह दरवाजा आ। जे तुसीं किसी होर दरवाजे थाणी जाना चाहते हो ते तुसीं खुदा दे कोल नहीं जा सकदे, क्योंकि दरवाजा एक ही है जिहदा नाम प्रभु यीशु मसीह है। जे प्रभु यीशु मसीह दे कोल आना है ते प्रभु यीशु मसीह दे नबियां दे उपर भी विश्वास करना पैना है, इस युग दे नबी उपर भी विश्वास करना पैना। क्योंकि भाई ब्रैनम नूं 7वें दूत नूं किसी होर ने नहीं भेजिया। हुण प्रकाश दी पोथी बयान करदी प्रभु यीशु मसीह दे 7 आत्मे आ। हुण कौन सी 7 आत्मे? किसी नूं कुछ नहीं पता। 7वां आत्मा भाई ब्रैनम सी, 6 आत्मे ਉਹਦੇ ਹੋ ਕੇ ਚਲੇ ਗਏ, ਆਪਣੀ ਸੇਵਕਾਈਆਂ ਕਰਕੇ ਚਲੇ ਗਏ। ਜਦੋਂ 7ਵਾਂ ਆਤਮਾ ਆਇਆ ਤੇ 7ਵੇਂ ਆਤਮੇ ਨੇ ਪੁਲਪੜ ਤੇ ਖੜ ਕੇ ਭਾਈ ਬ੍ਰੈਨਮ ਨੇ ਕੀ ਕੀਤਾ? ਸੰਸਾਰ ਨੂੰ ਵੰਗਾਰਿਆ। ਉਹ ਕਹਿੰਦਾ ਕੋਈ ਸਾਬਤ ਕਰਕੇ ਦਿਖਾਵੇ ਮੈਨੂੰ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਸਮਾ ਆ। ਹਵਾ ਨੇ ਸੇਬ ਖਾਦਾ ਸੀਗਾ, ਕੀ ਫਰੂਟ ਖਾਣ ਨਾਲ ਜਾਂ ਸੇਬ ਖਾਣ ਦੇ ਨਾਲ ਕੋਈ ਦੋਸ਼ੀ ਹੋ ਸਕਦਾ ਹੈ? ਨਹੀਂ। ਕੀ ਕੀਤਾ? ਨਬੀ ਨੇ ਸਾਰਿਆਂ ਨੂੰ ਲਲਕਾਰਿਆ ਤੇ ਅੱਜ ਵੀ ਨਬੀ ਲਲਕਾਰ ਰਿਹਾ ਆ। ਨਬੀ ਚਲਾ ਗਿਆ ਤੇ ਨਬੀ ਦੇ 1200 ਤੋਂ ਵੱਧ ਸੰਦੇਸ਼ ਇਸ ਧਰਤੀ ਦੇ ਉੱਪਰ ਜਿਹੜੇ ਉਹਦੀ ਦੁਲਹਨ ਜੋ ਸੰਦੇਸ਼ਾਂ ਨੂੰ ਪੜ੍ਹ ਕੇ ਜੀਵਨ ਬਤੀਤ ਕਰ ਰਹੀ, 1200 ਤੋਂ ਵੱਧ ਸੰਦੇਸ਼ ਨਬੀ ਦੇ ਆ ਜਿਹੜੇ ਉਹਨੇ ਬਾਈਬਲ ਦੇ ਗੁਪਤ ਭੇਤਾਂ ਨੂੰ ਖੋਲਿਆ ਹੈ। ਤੇ ਕਿੱਦਾਂ ਅੱਜ ਲੋਕ ਕਹਿੰਦੇ ਆ ਵੀ ਅਸੀਂ ਬਿਨਾਂ ਨਬੀ ਤੋਂ ਪ੍ਰਭੂ ਦੇ ਕੋਲ ਚਲੇ ਜਾਵਾਂਗੇ। ਪ੍ਰਭੂ ਸਾਨੂੰ ਪਿਆਰ ਕਰਦਾ।
ਜੇ ਇੰਨਾ ਹੀ ਪ੍ਰਭੂ ਤੁਹਾਨੂੰ ਪਿਆਰ ਕਰਦਾ ਤੇ ਪ੍ਰਭੂ ਦੇ ਨਬੀਆਂ ਦੇ ਨਾਲ ਤੁਸੀਂ ਕਿਉਂ ਨਹੀਂ ਚੱਲਦੇ? ਜੇ ਪ੍ਰਭੂ ਤੁਹਾਨੂੰ ਬਹੁਤ ਪਿਆਰ ਕਰਦਾ ਆ ਤੇ ਪ੍ਰਭੂ ਦੇ ਹੁਕਮਾਂ ਨੂੰ ਵੀ ਮੰਨੋ, ਕਿਉਂਕਿ ਪ੍ਰਭੂ ਡਾਇਰੈਕਟ ਤਾਂ ਕਦੇ ਕਿਸੇ ਨਾਲ ਗੱਲ ਹੀ ਨਹੀਂ ਕਰਦਾ, ਹਮੇਸ਼ਾ ਆਪਣੇ ਨਬੀ ਦੇ ਦੁਆਰਾ ਬੋਲਦਾ ਪ੍ਰਭੂ। ਲੇਕਿਨ ਅੱਜ ਲੋਕਾਂ ਦੇ ਹਾਲਾਤ ਇਸ ਤਰ੍ਹਾਂ ਹੋ ਗਏ, ਉਹ ਕਹਿੰਦੇ ਅਸੀਂ ਵਿਸ਼ਵਾਸ ਨਹੀਂ ਕਰਨਾ ਕਿਸੇ ਨਬੀ ਤੇ। ਨਬੀ ਝੂਠਾ ਆ, ਭਾਈ ਬ੍ਰਾਹਨਮ ਝੂਠਾ ਆ, ਲੋਕ ਸੱਚੇ ਹੋ ਸਕਦੇ ਆ ਲੇਕਿਨ ਨਬੀ ਝੂਠਾ ਹੋ ਗਿਆ ਜਿਹਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਗਿਆ। ਜਦੋਂ ਭਾਈ ਬ੍ਰਾਹਨਮ 7 ਸਾਲ ਦੀ ਉਮਰ ਦੇ ਵਿੱਚ ਸੀਗੇ ਤੇ ਭਾਈ ਬ੍ਰਾਹਨਮ ਨੂੰ ਖੁਦਾ ਦੇ ਦੂਤ ਨੇ ਦਰਸ਼ਨ ਦੇ ਕੇ ਕਿਹਾ, ਕਹਿੰਦਾ ਨਾ ਤੂੰ ਸਿਗਰਟ ਪੀਵੀ ਨਾ ਸ਼ਰਾਬ ਪੀਵੀ, ਤੇਰੇ ਤੋਂ ਮੈਂ ਬਹੁਤ ਵੱਡਾ ਕੰਮ ਲੈਣਾ ਹੈ। ਬਚਪਨ ਤੋਂ ਹੀ ਜਦੋਂ ਨਬੀ ਪੈਦਾ ਹੋਇਆ ਸੀ ਉਦੋਂ ਤੋਂ ਲੈ ਕੇ ਜਦੋਂ ਤੱਕ ਉਹਨੇ ਪੂਰੀ ਸੇਵਕਾਈ ਕੀਤੀ, ਪ੍ਰਭੂ ਉਹਦੇ ਨਾਲ ਰਿਹਾ, ਉਹਦੇ ਨਾਲ ਗੱਲਾਂ ਕਰਦਾ ਰਿਹਾ। ਛੋਟੀ ਉਮਰ ਦੇ ਵਿੱਚ ਹੀ ਉਹਦੇ ਨਾਲ ਗੱਲਾਂ ਕਰਦਾ ਸੀ ਪ੍ਰਭੂ। ਪਿਲਰ ਆਫ ਫਾਇਰ, ਅੱਗ ਦਾ ਖੰਭਾ ਉਹਦੇ ਨਾਲ ਰਹਿੰਦਾ ਸੀਗਾ। ਤੇ ਇਹ ਅੱਗ ਦਾ ਖੰਭਾ ਅੱਜ ਕਿੰਨਾ ਲੋਕਾਂ ਦੇ ਨਾਲ ਆ? ਇਹ ਅੱਗ ਦਾ ਖੰਭਾ ਵੀ ਅੱਜ ਆਪਣੇ ਲੋਕਾਂ ਦੇ ਨਾਲ ਰਹਿੰਦਾ ਆ ਜਿਹੜੇ ਨਬੀ ਦੇ ਸੰਦੇਸ਼ ਤੇ ਵਿਸ਼ਵਾਸ ਕਰਦੇ ਆ। ਪਿਲਰ ਆਫ ਫਾਇਰ ਉਹਨਾਂ ਸਭਨਾਂ ਲੋਕਾਂ ਦੇ ਨਾਲ, ਕਿਉਂਕਿ ਜਦੋਂ ਇਜ਼ਰਾਈਲ ਦੇ ਲੋਕਾਂ ਦੇ ਨਾਲ ਪਿਲਰ ਆਫ ਫਾਇਰ ਰਹਿੰਦਾ ਸੀਗਾ ਤੇ ਕੀ ਹੁੰਦਾ ਸੀਗਾ? ਉਹਨਾਂ ਨੂੰ ਰਸਤਾ ਦਿਖਾਉਂਦਾ ਸੀਗਾ ਉਹ ਪਿਲਰ ਆਫ ਫਾਇਰ। ਤੇ ਅੱਜ ਵੀ ਪਿਲਰ ਆਫ ਫਾਇਰ ਕੀ ਕਰ ਰਿਹਾ? ਰਾਹ ਦਿਖਾ ਰਿਹਾ ਹੈ। ਇਸ ਕਰਕੇ ਯਿਸੂ ਮਸੀਹ ਨੇ ਕਿਹਾ ਸੀਗਾ ਕਿ ਰਾਹ, ਸੱਚਾਈ ਤੇ ਜੀਵਨ ਮੈਂ ਆ, ਮੇਰੇ ਵਸੀਲੇ ਬਿਨਾ ਕੋਈ ਵੀ ਪਿਤਾ ਦੇ ਰਾਹ 'ਚ ਜਾ ਨਹੀਂ ਸਕਦਾ। ਯਿਸੂ ਮਸੀਹ ਤੋਂ ਬਿਨਾ, ਉਹਦੇ ਨਬੀ ਤੋਂ ਬਿਨਾ ਕੋਈ ਵੀ ਖੁਦਾ ਦੇ ਰਾਹ 'ਚ ਜਾ ਨਹੀਂ ਸਕਦਾ। ਸੋਚਣ ਦੀ ਗੱਲ ਤਾਂ ਦੂਰ ਆ, ਕੋਈ ਸੋਚ ਵੀ ਨਹੀਂ ਸਕਦਾ ਇਸ ਗੱਲ ਨੂੰ, ਜਾਣ ਦੀ ਗੱਲ ਤਾਂ ਬਹੁਤ ਦੂਰ ਆ। ਜਿੱਦ ਤੱਕ ਨਬੀ ਦੇ ਸੰਦੇਸ਼ ਤੇ ਨੇ ਵਿਸ਼ਵਾਸ ਕੀਤਾ ਤੇ ਜੀਵਨ ਕਿੱਦਾਂ ਮਿਲੂਗਾ? ਤੇ ਨਬੀ ਦਾ ਜਿਹੜਾ ਜੀਵਨ ਸੀ ਬੜਾ ਹੀ ਦੁੱਖਾਂ ਭਰਾ ਜੀਵਨ ਸੀਗਾ। ਨਬੀ ਜੰਗਲਾਂ ਵਿੱਚ ਰਹਿੰਦਾ ਸੀ, ਪ੍ਰਾਰਥਨਾਵਾਂ ਕਰਦਾ ਸੀ ਜਾ ਕੇ। ਛੋਟੀ ਉਮਰ 'ਚ ਨਬੀ ਨੇ ਗਰੀਬੀ ਵਿੱਚ ਜੀਵਨ ਬਤੀਤ ਕੀਤਾ ਲੇਕਿਨ ਕਦੇ ਵੀ ਖੁਦਾ ਦੇ ਵਚਨ ਤੋਂ ਪਿੱਛੇ ਨਹੀਂ ਹਟਿਆ। ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿੰਨੇ ਨਬੀ ਆਏ ਆ ਬਾਈਬਲ ਦੇ ਵਿੱਚ, ਸਾਰੇ ਨਬੀਆਂ ਦਾ ਜੀਵਨ ਦੁੱਖਾਂ ਦੇ ਵਿੱਚ ਹੋ ਕੇ ਗਿਆ ਹੈ। ਉਹ ਨਬੀਆਂ ਨੇ ਕਦੇ ਆਪਣੀ ਵਡਿਆਈ ਨਹੀਂ ਕੀਤੀ। ਲੇਕਿਨ ਜਿਹੜੇ ਅੱਜ ਦੇ ਸਰੀਰਕ ਨਬੀ ਆ ਉਹ ਆਪਣੀ ਵਡਿਆਈ ਭਾਲਦੇ, ਲੇਕਿਨ ਆਤਮਿਕ ਨਬੀ ਕਦੇ ਆਪਣੀ ਵਡਿਆਈ ਨਹੀਂ ਭਾਲਦਾ। ਜਿਹੜਾ ਨਬੀ ਖੁਦਾ ਵੱਲੋਂ ਹੋ ਕੇ ਆਂਦਾ ਉਹ ਆਪਣੀ ਵਡਿਆਈ ਨਹੀਂ ਭਾਲਦਾ ਕਦੇ ਵੀ। ਜਦੋਂ ਅਸੀਂ ਏਲੀਆ ਨਬੀ ਨੂੰ ਦੇਖਦੇ ਹਾਂ ਤੇ ਏਲੀਆ ਨਬੀ ਕਿੱਦਾਂ ਦੁੱਖਾਂ ਦੇ ਵਿੱਚ ਜੀਵਨ ਬਤੀਤ ਕਰਦਾ ਸੀਗਾ। ਕਿਸ ਤਰ੍ਹਾਂ ਏਲੀਆ ਨਬੀ ਦੇ ਪਿੱਛੇ ਇਜ਼ਬਲ ਪਈ ਹੋਈ ਸੀਗੀ, ਅਹਾਬ ਉਹਨੂੰ ਮਾਰਨ ਨੂੰ ਫਿਰਦਾ ਸੀਗਾ, ਲੇਕਿਨ ਖੁਦਾ ਦਾ ਆਤਮਾ ਉਹਦੇ ਅੰਦਰ ਸੀਗਾ, ਇਸ ਕਰਕੇ ਉਹਨੂੰ ਕੋਈ ਛੂ ਨਹੀਂ ਸਕਿਆ। ਅਲੀਸ਼ਾ ਨਬੀ ਨੇ ਕਿੱਦਾਂ ਆਪਣਾ ਜੀਵਨ ਬਤੀਤ ਕੀਤਾ, ਯਹੂਨਾ ਨੇ ਕਿੱਦਾਂ ਆਪਣਾ ਜੀਵਨ ਬਤੀਤ ਕੀਤਾ ਦੁੱਖਾਂ ਦੇ ਵਿੱਚ, ਉਹਨੇ ਕੋਈ ਵਡਿਆਈ ਨਹੀਂ ਲਈ। ਭਾਈ ਬ੍ਰਾਹਨਮ ਜਿਹੜਾ ਚੌਥਾ ਏਲੀਆ ਸੀਗਾ, ਕਿਉਂਕਿ ਪਹਿਲਾ ਏਲੀਆ ਅਲੀਸ਼ਾ ਸੀਗਾ, ਦੂਜਾ ਏਲੀਆ ਸੀਗਾ ਪਹਿਲਾ, ਦੂਜਾ ਅਲੀਸ਼ਾ, ਤੀਜਾ ਯਹੂਨਾ ਬਸਮਾ ਦੇਣ ਵਾਲਾ ਤੇ ਚੌਥਾ ਏਲੀਆ ਭਾਈ ਵਿਲੀਅਮ ਮੈਰਿਨ ਬ੍ਰੈਨਮ ਸੀਗਾ। ਕਿਉਂਕਿ 5 ਸੇਵਕਾਈਆਂ ਏਲੀਆ ਨਬੀ ਦੀ ਬਾਈਬਲ ਦੇ ਵਿੱਚ ਆ। ਹੁਣ ਇਹ ਭੇਤਾਂ ਨੂੰ ਕੌਣ ਖੋਲੂਗਾ? 5 ਸੇਵਕਾਈਆਂ। ਤੇ ਜਦੋਂ ਚੌਥਾ ਏਲੀਆ ਆਇਆ ਜਿਹਦਾ ਨਾਮ ਭਾਈ ਬ੍ਰੈਨਮ ਸੀਗਾ, ਕਿੱਦਾਂ ਦੁੱਖਾਂ ਦੇ ਵਿੱਚ ਜੀਵਨ ਬਤੀਤ ਹੋਇਆ ਉਹਦਾ। ਉਹਨੇ ਕਦੇ ਸੰਸਾਰ ਵੱਲ ਨਹੀਂ ਦੇਖਿਆ, ਉਹਨੇ ਹਮੇਸ਼ਾ ਖੁਦਾ ਦੇ ਵਚਨ ਵੱਲ ਦੇਖਿਆ। ਤੇ ਅੱਜ ਸਭਨਾਂ ਨੂੰ ਲੋੜ ਆ ਇਸ ਨਬੀ ਵੱਲ ਪਛਮੁੜੋ ਤਾਂ ਕਿ ਤੁਹਾਡਾ ਛੁਟਕਾਰਾ ਹੋਏ। ਬਾਈਬਲ ਨੂੰ ਪੜੋ, ਮਲਾਕੀ 4 ਦੀ 5 ਕਿਹੜੇ ਏਲੀਆ ਨਬੀ ਬਾਰੇ ਬਿਆਨ ਕਰਦੀ ਆ, ਪ੍ਰਕਾਸ਼ ਦੀ ਪੋਥੀ 10 ਦੀ 7 ਕਿਹੜੇ ਏਲੀਆ ਨਬੀ ਬਾਰੇ ਬਿਆਨ ਕਰਦੀ ਆ। ਇਹ ਤੁਸੀਂ ਬਾਈਬਲ ਪੜੋਗੇ ਤਾਂ ਤੁਹਾਨੂੰ ਸਮਝ ਲੱਗਣੀ ਹੈ। ਜੇ ਤੁਸੀਂ ਸੋਚਦੇ ਹੋ, ਜੇ ਕੋਈ ਇਨਸਾਨ, ਜੇ ਕੋਈ ਭੈਣ ਭਾਈ ਸੋਚਦਾ ਆ ਵੀ ਮੈਂ ਆਪਣੀ ਮਨ ਮਰਜ਼ੀ ਕਰ ਲੂੰ, ਮੈਂ ਪ੍ਰਾਰਥਨਾ ਕਰ ਲੂੰ ਘਰੇ ਬੈਠ ਕੇ, ਮੈਂ ਫਾਸਟ ਰੱਖ ਲੂੰ, ਮੈਂ ਦਸ਼ਮਾਸ਼ ਇੱਥੇ ਭੇਜ ਦੂੰ ਜਿੱਥੇ ਮਰਜ਼ੀ ਮੇਰਾ ਜੀ ਕਰੂ, ਮੈਂ ਖੁਦਾ ਦੇ ਕੋਲ ਚੱਲ ਜੂੰਗਾ, ਇਸ ਤਰ੍ਹਾਂ ਨਹੀਂ ਹੈ। ਜਦੋਂ ਤੱਕ ਤੁਸੀਂ ਡਿਸਿਪਲਿਨ ਦੇ ਵਿੱਚ ਨਹੀਂ ਆਉਂਦੇ, ਤੁਸੀਂ ਆਗਿਆਕਾਰੀ ਦੇ ਵਿੱਚ ਨਹੀਂ ਆਉਂਦੇ, ਤੇ ਖੁਦਾ ਦੇ ਰਾਹ 'ਚ ਦਾਖਲ ਨਹੀਂ ਹੋ ਸਕਦਾ ਕੋਈ ਬੰਦਾ। ਇਹ ਭੁਲੇਖਾ ਆ ਲੋਕਾਂ ਦਾ। ਲੋਕ ਸੋਚਦੇ ਸੀ ਖੁਦਾ ਦੇ ਰਾਹ 'ਚ ਚੱਲ ਜਾਾਂਗੇ। ਖੁਦਾ ਬੰਦਾ ਕੋਈ ਨਿਯਮ ਆ। ਜੇ ਕੋਈ ਖੁਦਾ ਦੇ ਨਿਯਮ ਤੋਂ ਬਾਹਰ ਜਾਂਦਾ ਤੇ ਪ੍ਰਭੂ ਉਹਨੂੰ ਬਖਸ਼ਦਾ ਨਹੀਂ ਹੈ। ਕਿਉਂਕਿ ਬਾਈਬਲ ਬਿਆਨ ਕਰਦੀ ਹੈ, ਜੋ ਤੁਸੀਂ ਬੀਜੋਗੇ ਤੁਹਾਨੂੰ ਵੱਢਣਾ ਪੈਣਾ ਹੈ। ਇਸ ਧਰਤੀ ਤੇ ਬੀਜੋਗੇ, ਧਰਤੀ ਤੇ ਵੱਢ ਕੇ ਜਾਓਗੇ। ਜੇ ਤੂੰ ਕੋਈ ਬੰਦਾ ਗਲਤ ਕੰਮ ਕਰਦਾ, ਇਸ ਧਰਤੀ ਤੇ ਬੁਰੇ ਵਿਚਾਰ ਰੱਖਦਾ ਆ, ਸੰਸਾਰਿਕ ਵਸਤੂਆਂ ਪਿੱਛੇ ਭੱਜਦਾ ਆ, ਤੇ ਉਹ ਸੰਸਾਰ ਇੱਕ ਸਿਸਟਮ ਦੇ ਵਿੱਚ ਹੀ ਚੱਲੂਗਾ, ਆਤਮਾ ਦੇ ਫਲਾਂ ਦੇ ਨਾਲ ਨਹੀਂ ਕਰੂਗਾ। ਲੇਕਿਨ ਪ੍ਰਭੂ ਕਿਹਨੂੰ ਪਿਆਰ ਕਰਦਾ? ਜੋ ਕਿ ਮਨੁੱਖ ਨਬੀ ਦੇ ਸੰਦੇਸ਼ ਨੂੰ ਕਬੂਲ ਕਰਕੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੂਗਾ, ਪ੍ਰਭੂ ਉਹਨੂੰ ਪਿਆਰ ਕਰਦਾ ਹੈ। ਅੱਜ ਲੋਕ ਕਹਿੰਦੇ ਪ੍ਰਭੂ ਸਾਨੂੰ ਪਿਆਰ ਕਰਦਾ। ਪ੍ਰਭੂ ਹਰੇਕ ਨੂੰ ਨਹੀਂ ਪਿਆਰ ਕਰਦਾ, ਉਹਨੂੰ ਹੀ ਪਿਆਰ ਕਰਦਾ ਹੈ ਪ੍ਰਭੂ ਜਿਹੜਾ ਧੀ ਪੁੱਤਰ ਉਹਦਾ ਕਹਿਣਾ ਮੰਨਦਾ ਹੈ, ਜਿਹੜਾ ਮਨੁੱਖ ਉਹਦਾ ਕਹਿਣਾ ਮੰਨਦਾ। ਪ੍ਰਭੂ ਜੀ ਜੋ ਤੇਰੇ ਨਬੀਆਂ ਨੇ ਕਿਹਾ ਹੈ, ਜੋ ਤੇਰੇ ਰਸੂਲਾਂ ਨੇ ਕਿਹਾ, ਪ੍ਰਭੂ ਅਸੀਂ ਉਸੇ ਤਰ੍ਹਾਂ ਜੀਵਨ ਬਤੀਤ ਕਰਨਾ ਹੈ। ਅੱਜ ਲੋਕ ਕਹਿੰਦੇ ਆ ਵੀ ਪਤਰਸ ਦੇ ਅੰਦਰ ਸ਼ੈਤਾਨ ਸੀਗਾ। ਪਤਰਸ ਨੇ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕੀਤਾ ਸੀ, ਲੇਕਿਨ ਕਦੋਂ ਕੀਤਾ ਸੀਗਾ? ਜਦੋਂ ਸਰੀਰ 'ਚ ਸੀਗਾ। ਲੇਕਿਨ ਜਦੋਂ ਪੈਂਤੇਕੋਸਤ ਦੇ ਦਿਨ
पवित्र आत्मा पतरस ਦੇ ਅੰਦਰ ਆਇਆ ਤੇ ਕੀ ਹੋਇਆ, ਉਸੇ ਪਤਰਸ ਨੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਪਤਰਸ ਯਿਸੂ ਮਸੀਹ ਦਾ ਇਨਕਾਰ ਕਰਕੇ ਚਲਾ ਗਿਆ ਸੀਗਾ, ਹੁਣ ਉਹਨੂੰ ਪ੍ਰਭੂ ਨੇ ਸ਼ੈਤਾਨ ਇਸ ਕਰਕੇ ਕਿਹਾ ਸੀ ਕਿਉਂਕਿ ਉਹ ਸਰੀਰਕ ਗੱਲ ਕਰ ਰਿਹਾ ਸੀ, ਲੇਕਿਨ ਜਦੋਂ ਉਹ ਆਤਮਾ ਦੇ ਵਿੱਚ ਆਇਆ ਤੇ ਉਹਨੇ ਕੀ ਕਿਹਾ, ਮੈਨੂੰ ਪੁੱਠੀ ਸਲੀਬ ਦਿੱਤੀ ਜਾਵੇ। ਜਦੋਂ ਕਿਸੇ ਦੇ ਅੰਦਰ ਖੁਦਾ ਦਾ ਆਤਮਾ ਆਉਂਦਾ ਤੇ ਉਹ ਬੰਦਾ ਆਪਣੀ ਮਰਜ਼ੀ ਨਹੀਂ ਕਰ ਸਕਦਾ, ਉਸ ਬੰਦੇ ਉਸ ਭੈਣ ਭਾਈ ਦਾ ਜੀਵਨ ਬਦਲ ਜਾਂਦਾ। ਲੇਕਿਨ ਅੱਜ ਲੋਕ ਕਿੱਦਾਂ ਦਾਵਾ ਕਰਦੇ ਆ ਵੀ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਰਹਿੰਦਾ ਹੈ, ਅਸੀਂ ਪਵਿੱਤਰ ਆਤਮਾ ਪਾਇਆ ਆ। ਜੇ ਤੁਸੀਂ ਪਵਿੱਤਰ ਆਤਮਾ ਆਇਆ, ਤੁਹਾਡੇ ਸੁਭਾਅ, ਤੁਹਾਡੇ ਜੀਵਨ, ਤੁਹਾਡੀ ਬੋਲਬਾਣੀ ਕਿਉਂ ਨਹੀਂ ਬਦਲੀ? ਕਿਉਂਕਿ ਕੋਈ ਵੀ ਪਵਿੱਤਰ ਆਤਮਾ ਤੁਹਾਡੇ ਅੰਦਰ ਨਹੀਂ, ਕਿਉਂਕਿ ਪਵਿੱਤਰ ਆਤਮਾ ਜੀਵਨ ਦੀ ਤਬਦੀਲੀ ਕਰਦਾ ਹੈ। ਪਵਿੱਤਰ ਆਤਮਾ ਜੀਵਨ ਨੂੰ ਜੀਣਾ ਸਿਖਾਉਂਦਾ ਹੈ। ਜਿਹੜਾ ਮਨੁੱਖ, ਜਿਹੜਾ ਭੈਣ ਭਾਈ ਪਵਿੱਤਰ ਆਤਮਾ ਪਾਇਆ ਹੋਇਆ ਹੁੰਦਾ ਆ, ਉਹ ਆਪਣੀ ਮਰਜ਼ੀ ਨਹੀਂ ਕਰਦਾ, ਉਹ ਹਮੇਸ਼ਾ ਪਵਿੱਤਰ ਆਤਮਾ ਦੀ ਮਰਜ਼ੀ ਦੇ ਦੁਆਰਾ ਚੱਲਦਾ ਹੈ, ਨਬੀ ਦੇ ਸੰਦੇਸ਼ਾਂ ਨੂੰ ਮੰਨਦਾ ਹੈ। ਉਹ ਕਹਿੰਦਾ ਪ੍ਰਭੂ ਤੂੰ ਆਪਣਾ ਨਬੀ ਭੇਜਿਆ ਸੀਗਾ, ਨਬੀ ਦੇ ਦੁਆਰਾ ਭੇਦ ਖੋਲੇ ਆ, ਜੋ ਤੇਰੇ ਨਬੀ ਨੇ ਭੇਦ ਖੋਲੇ ਤੇ ਉਸੇ ਤਰ੍ਹਾਂ ਜੀਵਨ ਬਤੀਤ ਕਰਨਾ ਹੈ। ਇਹਨੂੰ ਕਹਿੰਦੇ ਆ ਵਿਸ਼ਵਾਸੀ। ਅੱਜ ਬਹੁਤ ਲੋਕ ਦਾਵਾ ਕਰ ਰਹੇ ਸੀ ਵਿਸ਼ਵਾਸੀ ਆ, ਲੇਕਿਨ ਜਦੋਂ ਤੱਕ ਤੁਸੀਂ ਨਬੀ ਦੇ ਸੰਦੇਸ਼ ਤੇ ਵਚਨ ਵਿਸ਼ਵਾਸ ਨਹੀਂ ਕੀਤਾ, ਜਿਹੜਾ ਨਬੀ ਖੁਦਾ ਵੱਲੋਂ ਭੇਜਿਆ ਗਿਆ, ਇਹ ਨਬੀ ਕਿਸੇ ਮਨੁੱਖ ਵੱਲੋਂ ਥੋੜੀ ਭੇਜਿਆ ਗਿਆ ਸੀਗਾ, ਵੀ ਕਿਸੇ ਮਨੁੱਖ ਵੱਲੋਂ ਨਬੀ ਭੇਜਿਆ ਗਿਆ। ਇਹ ਨਬੀ ਦੇ ਬਾਰੇ ਬਾਈਬਲ ਬਿਆਨ ਕਰਦੀ ਹੈ। ਮਲਾਕੀ 4:5, ਪ੍ਰਕਾਸ਼ ਦੀ ਪੋਥੀ 10:7 ਬਿਆਨ ਕਰਦੀ ਹੈ ਨਬੀ ਬਾਰੇ। ਤਾਂ ਵੀ ਲੋਕੀ ਜੇ ਵਿਸ਼ਵਾਸ ਨਹੀਂ ਕਰਦੇ ਤੇ ਫਿਰ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਹੈ। ਲੋਕਾਂ ਦੇ ਉੱਪਰ ਦੋਸ਼ ਫਿਰ ਖੁਦ ਲੱਗ ਜਾਣਾ ਹੈ, ਕਿਉਂਕਿ ਵਿਸ਼ਵਾਸ ਹੀ ਨਹੀਂ ਕੀਤਾ। ਨੂਹ ਦੇ ਸਮੇਂ 'ਚ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਲੋਕੀ ਕਹਿੰਦੇ ਜੇ ਅਸੀਂ ਨੂਹ ਦੇ ਸਮੇਂ, ਅੱਜ ਬਹੁਤ ਲੋਕਾਂ ਦੀ ਜਦੋਂ ਗੱਲ ਹੁੰਦੀ, ਲੋਕ ਕਹਿੰਦੇ ਜੇ ਅਸੀਂ ਨੂਹ ਦੇ ਸਮੇਂ 'ਚ ਹੁੰਦੇ, ਅਸੀਂ ਵਿਸ਼ਵਾਸ ਤੇ ਉਹਦਾ ਜੀਵਨ ਬਚਾਇਆ ਜਾਣਾ ਆ। ਪ੍ਰਭੂ ਯਿਸੂ ਮਸੀਹ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਮੈਂ ਤੇਰੇ ਨਾਮ ਦੀ ਮਹਿਮਾ ਕਰਦਾ। ਸੱਚਮੁੱਚ ਮੇਰੇ ਮਹਾਨ ਪਿਤਾ, ਇਹ ਛੋਟਾ ਸੰਦੇਸ਼ ਜੋ ਅੱਜ ਤੂੰ ਦਿੱਤਾ ਹੈ ਖੁਦਾਵੰਦਾ ਆਪਣੇ ਨਬੀ ਬਾਰੇ, ਖੁਦਾਵੰਦ ਸੱਚਮੁੱਚ ਮੇਰੇ ਮਹਾਨ ਪਿਤਾ, ਜਦੋਂ ਤੱਕ ਕੋਈ ਮਨੁੱਖ तेरे नबी ते विश्वास नहीं करेगा खुदावंदा, वो बचाया नहीं जाएगा मेरे महान पिता। क्योंकि तू मूसा भी एक नबी सी खुदावंदा, जो इजरायली लोगों को बचाने दे लई आया ते जिन्ना लोगों ने मूसा दे ऊपर विश्वास किया, प्रभु यीशु मसीह यहोशू ते कलेब, वो दोनों बचाए गए। नूह दे समय में सिर्फ 8 बचाए गए मेरे महान पिता। ते आज भी प्रभु जी छोटा झुंड है जो बचाया जाएगा, क्योंकि मेरे महान पिता सब लोग तेरे सच्चे संदेश से विश्वास नहीं करते खुदावंदा। बहुत छोटा झुंड है प्रभु यीशु मसीह जिहड़ा अज तेरे सच्चे संदेश से विश्वास कर रहा है। लेकिन प्रभु जी अज तू मौका दिता है लोगों को, जे कोई तेरे संदेश उत्ते विश्वास करेगा तो खुदावंद बचा लिया जाएगा, तो जीवन की किश्ती में प्रवेश करेगा खुदावंदा। क्योंकि तू क्या है, राह सच्चाई ते जीवन मैं हाँ, मेरे वसीले बिना कोई भी पिता के कोल नहीं जा सकता। सच्चे प्रभु यीशु मसीह, जब तक कोई तेरे नबी के संदेश से विश्वास नहीं करेगा खुदावंदा, वो नहीं बचाया जाएगा प्रभु यीशु मसीह। क्योंकि मेरे महान पिता तेरा नबी का संदेश राह है, जीवन है ते सच्चाई है खुदावंदा। भाई ब्रैनम का संदेश ही राह, सच्चाई है ते जीवन है खुदावंदा। ते मेरे महान पिता जिन्हें लोगों ने अज का इस छोटा संदेश सुनिया है खुदावंदा, वो प्रभु यीशु मसीह अपने अपने पापा तो मुड़न खुदावंदा। यीशु मसीह तेरे नाम से बसमा लैन, ताकि उन्होंने पवित्र आत्मा का दान दिता जाए खुदावंदा। ते तेरे नबी के संदेश उत्ते प्रभु जी विश्वास करना, सारिਆਂ ਨੂੰ आशीष और बरकत देनी है। तेरे जिंदा जलाली सामर्थ्य नाम च मंगते हैं, आमीन। हालेलुया।